ਤੁਹਾਨੂੰ ਗਵਾਹੀ ਦੇ ਲੱਗਾ ਇੱਕ मेरी कलीसिया ਦੇ ਵਿੱਚ सिर्फ ज़्यादा लोग नहीं आते, सिर्फ 10 ਜਾਂ 15 लोग ਉਹਦੇ ਬਹੁਤ ਘੋੜੇ ਨੇ, ਹੌਲੀ ਹੌਲੀ ਵੱਧ ਰਹੇ ਨੇ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕੀਤੀ, ਮੈਂ ਕਿਹਾ ਇਦਾਂ ਦਾ ਸਮਾਂ ਆਏਗਾ ਪਾਸਟਰ ਵੀ ਕਲੀਸਿਆ ਤੋਂ ਦੂਰ ਦੂਰ ਭੱਜਣਗੇ। ਹਾਲੇਲੂਇਆ। ਪਾਸਟਰ ਘਰੋਂ ਕਹਿ ਦੇਗਾ ਮੈਂ ਇੱਥੋਂ ਦੁਆ ਕਰ ਦੇਣਾ ਮੇਰੇ ਘਰੇ ਨਾ ਆਈ, ਮੈਨੂੰ ਕਿਤੇ ਕਰੋਨਾ ਨਾ ਹੋ ਜਾਏ। ਮੈਂ ਜੋ ਜੋ ਗੱਲਾਂ ਉਹਨਾਂ ਨੂੰ ਕਹੀਆਂ ਆਉਣ ਵਾਲੇ ਸਮੇਂ ਦੀਆਂ ਖੁਦਾ ਨੇ ਉਸੇ ਤਰ੍ਹਾਂ ਹੀ ਕੀਤਾ। ਤੁਹਾਨੂੰ ਪਤਾ ਕਾਫੀ ਜਿਹੜੇ ਪਾਸਟਰ ਲੋਕ ਸੀ ਉਹ ਦੂਰ ਦੂਰ ਰਹਿੰਦੇ ਸੀ, ਕਾਫੀ ਵੇਸੇ। ਔਰ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਅਸੀਂ ਚਰਚ ਲਗਾਉਣ ਆਵਾਂਗੇ, ਚਾਹੇ ਸਾਨੂੰ ਪੁਲਿਸ ਰੋਕ ਲੇ ਚਾਹੇ ਕੁਛ ਰੋਕ ਲੇ। ਸਾਡੇ ਤੋਂ ਚਰਚ ਜਿਹੜਾ ਸਾਡਾ ਕੋਈ 5-6 ਕਿਲੋਮੀਟਰ ਹੀ ਹੈ। ਮੈਂ ਉਸ ਸਖਤਾਈ ਵਿੱਚ ਚਰਚ ਲਗਾਉਣ ਜਾਂਦਾ ਰਿਹਾ, ਕਾਨੂੰਨ ਮੈਂ ਤੋੜਿਆ ਪਰ ਮੈਂ ਡਰਿਆ ਨਹੀਂ। ਹਾਲੇਲੂਇਆ। ਮੈਨੂੰ ਵਿਸ਼ਵਾਸ ਸੀ ਕਿ ਮੇਰਾ ਖੁਦਾ ਮੇਰੇ ਨਾਲ ਹੈ। ਉਹਨੇ ਲੋਕ ਸਾਡੇ ਕੋਲ ਪਹਿਲਾਂ ਨਹੀਂ ਹੋਏ ਜਿਹਨੇ ਲੋਕਡਾਊਨ ਦੇ ਵਿੱਚ ਆਉਣੇ ਸ਼ੁਰੂ ਹੋ ਗਏ, ਕਿਉਂਕਿ ਬਹੁਤ ਸਾਰੇ ਭਵਨ ਬੰਦ ਹੋ ਗਏ ਸੀ, ਬਹੁਤ ਸਾਰੇ ਚਰਚ ਬੰਦ ਹੋ ਗਏ ਸੀ। ਕੋਈ ਲਾ ਕੇ ਜਿਹੜਾ ਸੀ ਉਹ ਡਰਦਾ ਸੀ ਕਿ ਮੈਂ ਲਾ ਤੇ ਲਿਆ ਮੈਨੂੰ ਜੁਰਮਾਨਾ ਹੋ ਜਾਏਗਾ, ਮੈਨੂੰ ਜੇਲ੍ਹ ਹੋ ਜਾਏਗੀ। ਤੇ ਮੈਂ ਜਿਵੇਂ ਆਪਣੀ ਕਲੀਸਿਆ ਦੇ ਵਿੱਚ ਬੋਲਿਆ ਉਸੇ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ। ਪਰ ਮੈਂ ਇਸ ਬਾਈਬਲ ਨੂੰ ਪੜ੍ਹ ਕੇ ਕਹਿੰਦਾ ਮੈਂ ਸੈਨੀਟਾਈਜ਼ਰ ਅੱਜ ਤੱਕ ਯੂਜ਼ ਨਹੀਂ ਕੀਤਾ। ਹਾਲੇਲੂਇਆ, ਹਾਲੇਲੂਇਆ। ਸਾਡੀ ਫੈਮਿਲੀ ਵਿੱਚ ਸਾਰੇ ਯੂਜ਼ ਕਰਦੇ ਸੀ, ਮੈਂ ਬਾਹਰੋਂ ਆਣ ਕੇ ਕਦੀ ਹੱਥ ਨਹੀਂ ਧੋਤੇ। ਜਿੱਦਾਂ ਦੇ ਹੱਥ ਉਹਨੇ ਇਦਾਂ ਖਾ ਲੈਣਾ, ਇਦਾਂ ਪੀ ਲੈਣਾ, ਕਿਉਂਕਿ ਮੈਨੂੰ ਵਿਸ਼ਵਾਸ ਸੀ ਕਿ ਪਰਮੇਸ਼ਵਰ ਜੇ ਤੂੰ ਸਾਥ ਸੱਤ ਦੇਂਗਾ ਤੇ ਅਸੀਂ ਇਸ ਧਰਤੀ ਉੱਤੇ ਕੀ ਰਵਾਂਗੇ, ਜਿਉਂਦੇ ਰਹਿ ਸਕਦੇ ਹਾਂ। ਅਗਰ ਤੂੰ ਸਾਨੂੰ ਨਾ ਤੇਰੀ ਦਇਆ ਸਾਡੇ ਉੱਤੇ ਹੋਏ ਤਾਂ ਅਸੀਂ ਇੱਕ ਦਿਨ ਵੀ ਜਿਉਂਦੇ ਰਹਿ ਨਹੀਂ ਸਕਦੇ। ਮੈਂ ਵਚਨ ਤੁਹਾਨੂੰ ਕਰਾਂਗਾ ਭਵਿਸ਼ਤਾ ਸਾਰ ਦੀ ਪੋਥੀ, ਭਵਿਸ਼ਤਾ ਸਾਰ ਉਹਦਾ 28 ਅਧਿਆਇ, ਬਹੁਤ ਸੋਹਣਾ ਵਚਨ ਹੈ। 28 ਦੀ ਅਸੀਂ ਇੱਕ ਆਇਤ ਨੂੰ ਪੜਾਂਗੇ, ਇੱਕ ਤੋਂ ਲੈ ਕੇ 10 ਤੱਕ ਦੀ ਹੌਲੀ ਹੌਲੀ। ਪਰਮੇਸ਼ਰ ਦੇ ਮੰਨਣ ਦੀਆਂ ਵਰਤਾਂ ਅਤੇ ਪਰਮੇਸ਼ਰ ਤੋਂ ਬੇਮੁਖ ਹੋਣ ਦੀ ਤਰ੍ਹਾਂ ਤਾਂ ਇਹ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ। ਹਾਲੇਲੂਇਆ। ਬਸ ਇੱਥੇ ਥੋੜਾ ਜਿਹਾ ਗੌਰ ਕਰੋ, ਇੱਥੇ ਕੁਝ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ। ਕਈ ਵਾਰ ਸਾਡਾ ਮਨ ਪਰਮੇਸ਼ਵਰ ਦੇ ਵਿੱਚ ਨਹੀਂ ਲੱਗਦਾ, ਕਈ ਵਾਰ ਸਾਡਾ ਮਨ ਦੁਆ ਵਿੱਚ ਨਹੀਂ ਲੱਗਦਾ, ਕਈ ਵਾਰ ਸਾਡਾ ਮਨ ਅਸੀਂ ਇੱਥੇ ਬੈਠੇ ਤੇ ਸਾਡਾ ਮਨ ਸਾਡੇ ਘਰ ਵਿੱਚ ਹੋਵੇਗਾ, ਸਾਡਾ ਮਨ ਕਿਤੇ ਵਾਂਢੇ ਗਿਆ ਹੋਵੇਗਾ, ਸਾਡਾ ਮਨ ਕਿਤੇ ਸੋਚਦਾ ਹੋਵੇਗਾ ਹੈ ਮੈਂ ਕਿਸੇ ਦੇ ਪੈਸੇ ਦੇਣੇ ਮੈਂ ਕੀ ਕਰਾਂ, ਸਾਡਾ ਮਨ ਇਹ ਸੋਚਦਾ ਹੋਵੇਗਾ ਮੈਂ ਕਰਜ਼ਾ ਭਰਨਾ ਕਿਸੇ ਦਾ ਮੈਂ ਕਿੱਦਾਂ ਭਰਾਂਗਾ। ਛੋਟਾ ਜਿਹਾ ਵਰਡ ਹੈ ਸਿਰਫ ਮਨ। ਹਾਲੇਲੂਇਆ। ਅਗਰ ਸਾਡਾ ਮਨ ਪਰਮੇਸ਼ਵਰ ਦੀ ਔਰ ਕਿਤੇ ਲੱਗ ਗਿਆ ਨਾ, ਅਸੀਂ ਗਰੀਬ ਨਹੀਂ ਰਹਿ ਸਕਦੇ, ਅਸੀਂ ਦਿਨ ਪ੍ਰਤੀ ਦਿਨ ਵਧਾਂਗੇ। ਔਰ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਮੰਨਣ ਦੀਆਂ ਲਿਖਿਆ ਬਰਕਤਾਂ ਨੇ ਤੇ ਨਾ ਮੰਨਣ ਦੇ ਕੀ ਨੇ, ਸਰਾਪ ਨੇ। ਤੇ ਮੈਂ ਚਾਹੁੰਦਾ ਅਸੀਂ ਮੰਨੀਏ ਤੇ ਅਸੀਂ ਬਰਕਤਾਂ ਲਵਾਂਗੇ, ਤੇ ਨਹੀਂ ਮੰਨਾਂਗੇ ਤੇ ਕੀ ਲਵਾਂਗੇ, ਸਰਾਪ ਲਵਾਂਗੇ। ਪਰਮੇਸ਼ਵਰ ਦਾ ਵਚਨ ਇਸ ਤਰ੍ਹਾਂ ਕਹਿੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਬਾਈਬਲ ਦੇ ਵਿੱਚ ਸਰਾਪ ਸ਼ਬਦ ਨਹੀਂ ਹੈ, ਪਰ ਇੱਥੇ ਤੇ ਸਾਰੀ ਬਾਈਬਲ ਸਰਾਪ ਦੇ ਨਾਲ ਭਰੀ ਹੋਈ। ਕਹਿੰਦਾ ਜੇ ਤੁਸੀਂ ਮੰਨੋਗੇ ਤੇ ਮੈਂ ਸਵਰਗ ਦੀਆਂ ਆਸ਼ੀਸ਼ਾਂ ਤੁਹਾਡੇ ਲਈ ਉਹ ਦਵਾਂਗਾ। ਹਾਲੇਲੂਇਆ। ਇਹ ਧਰਤੀ ਦੀਆਂ ਬਰਕਤਾਂ ਵੀ ਤੁਹਾਨੂੰ ਮਿਲਣਗੀਆਂ ਤੇ ਸਵਰਗ ਦੀਆਂ ਆਸ਼ੀਸ਼ਾਂ ਵੀ ਤੁਹਾਨੂੰ ਮਿਲਣਗੀਆਂ। ਸੋ ਸੁਣਨਾ ਕਿੱਦਾਂ ਹੈ, ਲਿਖਿਆ ਆਵਾਜ਼ ਮਨ ਲਾ ਕੇ ਸੁਣੋ। ਸੈਮੂਅਲ ਜਦੋਂ ਸੇਵਾ ਦੇ ਵਿੱਚ ਨਹੀਂ ਆਇਆ, ਸੈਮੂਅਲ ਛੋਟਾ ਸੀ, ਲਿਖਿਆ ਹੈ ਫੌਜ ਦਾ ਕੱਪੜਾ ਪਹਿਨ ਕੇ ਉਹ ਏਲੀ ਦੀ ਸੇਵਾ ਕਰਦਾ ਸੀ। ਹਾਲੇਲੂਇਆ। ਕੀ ਕਰਦਾ ਸੀ ਬੋਲੋ? ਉਸ ਸਮੇਂ ਦੇ ਵਿੱਚ ਇਹ ਫੌਜ ਦਾ ਕੱਪੜਾ ਸੀ ਜਿਹੜਾ ਬਿਨਾਂ ਸੀਤਿਆਂ ਨੂੰ ਪਹਿਨਿਆ ਜਾਂਦਾ ਸੀ, ਜਿਹੜਾ ਯੀਸ਼ੂ ਮਸੀਹ ਦੇ ਤਨ ਦੇ ਉੱਤੇ ਵੀ ਸੀ, ਜਿਸ ਦੀ ਕੋਈ ਸਟਿਚਿੰਗ ਨਹੀਂ ਕੀਤੀ ਗਈ। ਲਿਖਿਆ ਉਹ ਕੱਪੜਾ ਪਹਿਨ ਕੇ ਆਪਣੇ ਗੁਰੂ ਏਲੀ ਦੀ ਕੀ ਕਰਦਾ ਸੀ, ਸੇਵਾ ਕਰਦਾ ਸੀ। ਇੱਕ ਰਾਤ ਪਰਮੇਸ਼ਵਰ ਦੇ ਕੋਲ ਆਏ, ਕਹਿੰਦਾ ਹੇ ਸੈਮੂਅਲ। ਉੱਠ ਕੇ ਇੱਧਰ ਉੱਧਰ ਦੇਖਿਆ, ਕਹਿੰਦਾ ਪਤਾ ਨਹੀਂ ਮੇਰੇ ਗੁਰੂ ਨੇ ਆਵਾਜ਼ ਮਾਰੀ। ਕਹਿੰਦਾ ਇਹ ਗੁਰੂ ਮੈਂ ਸੋਚਿਆ ਤੁਸੀਂ ਮੈਨੂੰ ਆਵਾਜ਼ ਲਾਈ ਹੋ। ਕਹਿੰਦਾ ਨਹੀਂ ਮੈਂ ਤੈਨੂੰ ਮੈਂ ਨਹੀਂ ਤੈਨੂੰ ਬੁਲਾਇਆ। ਫਿਰ ਜਦੋਂ ਸੌਂ ਗਿਆ, ਫਿਰ ਪਰਮੇਸ਼ਵਰ ਨੇ ਕਿਹਾ ਹੇ ਸੈਮੂਅਲ। ਕਹਿੰਦਾ ਮੈਂ ਹਾਜ਼ਰ ਹਾਂ। ਕਹਿੰਦਾ ਸਵਾਮੀ ਜੀ ਤੁਸੀਂ ਮੈਨੂੰ ਬੁਲਾਇਆ? ਗੁਰੂ ਜੀ ਕਹਿੰਦਾ ਨਹੀਂ ਮੈਂ ਨਹੀਂ ਬੁਲਾਇਆ। ਕਹਿੰਦਾ ਅਗਰ ਤੈਨੂੰ ਕੋਈ ਬੁਲਾਵੇ ਤੈਨੂੰ ਕਹਿਣਾ ਹਾਂ ਪਰਮੇਸ਼ਵਰ ਮੈਂ
ਹਾਜ਼ਰ ਹਾਂ। ਹਾਲੇਲੂਇਆ। ਕਿਉਂਕਿ ਇਹਦੀ ਜਾਣਦਾ ਸੀ ਕਿ ਇਹ ਪਰਮੇਸ਼ਵਰ ਇਸ ਨੂੰ ਬੁਲਾ ਰਿਹਾ ਹੈ। ਕਈ ਵਾਰ ਸਾਡਾ ਮਨ ਨੂੰ ਕੌਣ ਆਵਾਜ਼ ਦਿੰਦਾ ਹੈ? ਪਰਮੇਸ਼ਵਰ। ਤੇ ਅਸੀਂ ਸੁਣਦੇ ਨਹੀਂ ਹਾਂ। ਕਈ ਵਾਰ ਸਾਨੂੰ ਖੁਦਾ ਕਹਿੰਦਾ ਹੈ ਜਾ ਭਾਈ ਉੱਥੇ ਜਾ ਕੇ ਪ੍ਰਚਾਰ ਕਰ, ਜਾ ਭਾਈ ਉਸ ਘਰ ਨੂੰ ਬਚਾ ਲਾ, ਜਾ ਭਾਈ ਉਸ ਭੈਣ ਨੂੰ ਬਚਾ ਲਾ, ਜਾ ਭਾਈ ਉਸ ਪਰਿਵਾਰ ਨੂੰ ਜੋ ਬਰਬਾਦ ਹੋ ਰਿਹਾ ਉਸ ਨੂੰ ਬਚਾ ਲੈ। ਅਸੀਂ ਇਗਨੋਰ ਕਰਦੇ ਹਾਂ। ਮੈਂ ਨਹੀਂ ਜਾਣਾ ਇਹਦੇ ਵਾਂਗੂ, ਯੂਨਾਨ ਨਬੀ ਦੇ ਵਾਂਗੂ। ਹਾਲੇਲੂਇਆ। ਖੁਦਾ ਨੇ ਕਿਹਾ ਜਾ ਤਰਤੀਸ਼ ਦੇ ਵਿੱਚ ਚਲਾ ਜਾ, ਸੌਰੀ ਨੀਨਵਾ ਦੇ ਵਿੱਚ ਜਾ। ਤੇ ਕਿੱਧਰ ਨੂੰ ਚਲਾ ਗਿਆ? ਤਰਤੀਸ਼ ਦੇਸ਼ ਨੂੰ ਚਲਾ ਗਿਆ। ਕਿਉਂ ਗਿਆ? ਉਹਦਾ ਕਾਰਨ ਸੀ ਕਿ ਨੀਨਵਾ ਦੇ ਲੋਕ ਬੇਰਹਿਮ ਸੀ। ਕੋਈ ਵੀ ਨਬੀ ਜਾਂਦਾ ਸੀ, ਕੋਈ ਵੀ ਖੁਦਾ ਦਾ ਜਨ ਜਾਂਦਾ ਸੀ, ਦੇਖਿਆ ਉਹ ਮਾਰ ਦਿੰਦੇ ਸੀ। ਦੇਖੋ ਇੰਨਾ ਵਧੀਆ ਨਬੀ ਹੋ ਕੇ, ਇੰਨਾ ਵੱਡੇ ਵਿਸ਼ਵਾਸ ਵਾਲਾ ਹੋ ਕੇ ਕਿੰਨਾ ਤੋਂ ਡਰ ਗਿਆ? ਮਨੁੱਖਾਂ ਦੇ ਕੋਲ, ਲੋਕਾਂ ਦੇ ਕੋਲੋਂ ਡਰ ਗਿਆ ਕਿ ਜੇ ਮੈਂ ਉਸ ਨਗਰ ਦੇ ਵਿੱਚ ਚਲਿਆ ਗਿਆ ਤੇ ਪਰਮੇਸ਼ਰ ਉਹਨਾਂ ਨੇ ਮੈਨੂੰ ਕੀ ਕਰ ਦੇਣਾ ਹੈ? ਮਾਰ ਦੇਣਾ। ਉਹਨਾਂ ਨੇ ਮੈਨੂੰ ਬਖਸ਼ਣਾ ਨਹੀਂ ਹੈ। ਉਹਨਾਂ ਨੇ ਨਹੀਂ ਦੇਖਣਾ ਕਿ ਮੈਂ ਕੋਈ ਨਬੀ ਆ, ਮੈਂ ਤੇਰੇ ਵੱਲੋਂ ਭੇਜਿਆ ਹੋਇਆ ਹਾਂ। ਤੇ ਲਿਖਿਆ ਉਹਨੇ ਅਨਆਗਿਆਕਾਰੀ ਕੀਤੀ, ਜਿਸ ਦੀ ਉਹਨੂੰ ਬਹੁਤ ਵੱਡੀ ਕੀ ਮਿਲੀ? ਸਜ਼ਾ ਮਿਲੀ। ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਸ ਕੋਲੋਂ ਪਰਮੇਸ਼ਵਰ ਨੇ ਸੇਵਾ ਲੈਣੀ ਹੁੰਦੀ ਨਾ, ਉਹਨੂੰ ਖੁਦਾ ਇਦਾਂ ਵੀ ਆਵਾਜ਼ ਮਾਰ ਕੇ ਕਹਿੰਦਾ ਆ ਜਾ ਮੇਰੀ ਸੇਵਾ 'ਚ। ਕੁਝ ਲੋਕ ਕਹਿੰਦੇ ਰੱਬ ਨੂੰ ਕੀ ਹੈ? ਰੱਬ ਜਦੋਂ ਕੋਈ ਮਰਜ਼ੀ ਸੇਵਾ ਲੈ ਸਕਦਾ ਹੈ, ਪਰ ਜਿੱਥੇ ਰੱਬ ਦਾ ਮਨ ਆ ਜੇ ਨਾ, ਉਥੋਂ ਰੱਬ ਧੱਕੇ ਨਾਲ ਵੀ ਸੇਵਾ ਉਹਦੇ ਕੋਲ ਕਹਿੰਦਾ ਨਾ, ਜੇ ਤੂੰ ਪਤਾਲ ਦੇ ਵਿੱਚ ਚਲਾ ਜਾਏ ਤੇ ਮੈਂ ਤੈਨੂੰ ਉੱਥੋਂ ਵੀ ਕੱਢ। ਲਿਖਿਆ ਜੇ ਤੂੰ ਪਹਾੜ ਦੀ ਟੀਸੀ ਤੇ ਚਲਾ ਜਾਏ ਤੇ ਮੈਂ ਉੱਥੇ ਵੀ ਮੈਂ ਤੈਨੂੰ ਕੱਢ ਕੇ ਲੈ ਕੇ ਆਵਾਂਗਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹਦੇ ਕੋਲੋਂ ਖੁਦਾ ਨੇ ਸੇਵਾ ਲੈਣੀ ਹੈ, ਉਹਦੇ ਕੋਲੋਂ ਉਹਨੇ ਕੰਨ ਫੜ ਕੇ ਵੀ ਸੇਵਾ ਲੈ, ਕਿਉਂਕਿ ਉਹਦੇ ਜੀਵਨ ਦੇ ਵਿੱਚ ਖੁਦਾ ਦੀ ਮਰਜ਼ੀ ਹੈ। ਹਾਲੇਲੂਇਆ। ਹਾਲੇਲੂਇਆ। ਇੱਥੇ ਲਿਖਿਆ ਮਨ ਲਾ ਕੇ। ਮੈਂ ਇੱਕੋ ਹੀ ਗੱਲ ਕਹਾਂਗਾ, ਜੇ ਸਾਡੀ ਭਗਤੀ ਮਨ ਲਾ ਕੇ ਨਾ, ਤੇ ਖੁਦਾ ਦਾ ਆਤਮਾ ਕਦੇ ਵੀ ਬਰਕਤਾਂ ਰੁਕਣ ਨਹੀਂ ਦੇਵੇਗਾ। ਕਿੰਨੇ ਅਸੀਂ ਆਸ਼ੀਸ਼ਵੰਦ ਹੋ ਜਾਵਾਂਗੇ, ਕਿੰਨੇ ਅਸੀਂ ਫਲਵੰਤ ਬਣ ਜਾਵਾਂਗੇ। ਸਾਨੂੰ ਆਪਣੇ ਆਪ ਤੇ ਵੀ ਕਈ ਵਾਰ ਹੈਰਾਨੀ ਆਏਗੀ, ਮੈਂ ਤੇ ਸੁਪਨੇ ਵਿੱਚ ਦੇਖਦਾ ਹੁੰਦਾ ਸੀ, ਅੱਜ ਮੈਨੂੰ ਰੀਅਲ 'ਚ ਮਿਲ ਗਿਆ। ਮੈਂ ਗਵਾਹੀ ਦੇ ਲੱਗਾ ਤੁਹਾਨੂੰ, ਮੈਂ 2017 'ਚ ਸੇਵਕਾਈ 'ਚ ਆਇਆ, ਮੇਰਾ ਟਾਈਮ ਨਹੀਂ ਹੋਇਆ, ਸਿਰਫ 5ਵਾਂ ਸਾਲ ਲੱਗਾ ਹੋਇਆ। ਸਭ ਤੋਂ ਪਹਿਲਾਂ ਇੱਕ ਮੇਰੇ ਕੋਲ ਸਿਸਟਰ ਆਉਂਦੇ ਸੀ, CNI ਚਰਚ ਦੇ ਪਾਦਰੀ ਸੀ। ਉਹ ਕਾਫੀ ਅੱਛੀ ਉਹਨਾਂ ਨੂੰ ਪੋਸਟ ਸੀ ਉਹਨਾਂ ਦੇ ਕੋਲ। ਜਦੋਂ ਮੈਨੂੰ ਪਹਿਲੀ ਵਾਰੀ ਮਿਲੇ ਤੇ ਮੈਨੂੰ ਕਹਿੰਦੇ ਅਸੀਂ ਪਾਦਰੀ ਆ, ਅਸੀਂ ਇਹਦੀ ਦੁਆ ਨਹੀਂ ਕਰਦੇ, ਸਾਨੂੰ ਆਪਣੀ ਤਨਖਾਹ ਨਾਲ ਮਤਲਬ ਹੈ, ਸਾਨੂੰ ਲੋਕਾਂ ਦੇ ਨਾਲ ਕੋਈ ਮਤਲਬ। ਠੀਕ ਹੈ, ਸਾਡੇ ਵਿੱਚ ਕਈ ਪਾਦਰੀ ਨੇ ਉਹ ਕਰਦੇ ਨੇ ਪ੍ਰੇਅਰ, ਪਰ ਸਾਡੀ ਪ੍ਰੇਅਰ ਲਾਈਫ ਇਦਾਂ ਦੀ ਹੈ, ਅਸੀਂ ਇੰਨੀ ਦੁਆ ਨਹੀਂ ਕਰਦੇ। ਜਦੋਂ ਮੈਨੂੰ ਪਹਿਲੀ ਵਾਰੀ ਮਿਲੇ, ਮੇਰੇ ਤੋਂ ਵੀ ਜ਼ਿਆਦਾ ਪੜ੍ਹੇ ਲਿਖੀ ਸੀ, ਐਜੂਕੇਟਡ ਸਨ, ਔਰ ਮੈਨੂੰ ਕਹਿੰਦੇ ਕਿ ਮੈਂ ਚਾਹੁੰਦੀ ਮੈਂ ਤੁਹਾਡੇ ਨਾਲ ਸੇਵਾ ਕਰਾਂ ਆਣ ਦੇ ਨਾਲ। ਮੈਂ ਕਿਹਾ ਨਹੀਂ, ਤੁਹਾਡੇ ਮਿਸ਼ਨ ਦੇ ਲੋਕ ਜਿਹੜੇ ਨੇ ਉਹ ਤੁਹਾਡੇ ਉੱਤੇ ਗੁੱਸੇ ਹੋ ਜਾਣਗੇ। ਕਹਿੰਦੇ ਨਹੀਂ ਮੈਂ ਚਾਹੁੰਦੀ ਆ ਆਪਣੀ ਮਰਜ਼ੀ ਦੇ ਨਾਲ ਕਿ ਜਿੱਥੇ ਤੁਸੀਂ ਜਾਓ ਮੈਂ ਵੀ ਤੁਹਾਡੇ ਨਾਲ ਜਾਵਾਂ। ਜਦੋਂ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਮੈਂ ਉਹਨਾਂ ਨੂੰ ਆਵਾਜ਼ ਮਾਰ ਕੇ ਕਿਹਾ, ਮੈਂ ਕਿਹਾ ਭੈਣ ਮੈਂ ਚਾਹੁੰਦਾ ਮੈਂ ਤੁਹਾਡੇ ਘਰ ਜਾਵਾਂ। ਕਹਿੰਦੀ ਨਹੀਂ ਵੀਰ ਜੀ ਸਾਡੇ ਘਰ ਨਾ ਆਇਓ। ਮੈਂ ਕਿਹਾ ਨਹੀਂ ਮੈਨੂੰ ਖੁਦਾ ਦੇ ਆਤਮਾ ਨੇ ਕਿਹਾ ਮੈਂ ਤੁਹਾਡੇ ਘਰ ਜਾਣਾ ਚਾਹੁੰਦਾ। ਕਹਿੰਦੇ ਨਹੀਂ ਅਸੀਂ ਨਾ ਇੰਨੇ ਜੋਗੇ ਨਹੀਂ ਹੈਗੇ, ਤੁਸੀਂ ਸਾਡੇ ਘਰ ਆਓ। ਮੈਂ ਉਹਨਾਂ ਨੂੰ ਜਵਾਬ ਦਿੱਤਾ, ਦੇਖੋ ਯਿਸੂ ਮਸੀਹ ਕਿਹਨਾਂ ਦੇ ਘਰਾਂ 'ਚ ਜਾਂਦਾ ਸੀ? ਬੋਲੋ ਕਿਹਨਾਂ ਦੇ? ਧਰਮੀਆਂ ਦੇ ਘੱਟ ਤੇ ਪਾਪੀਆਂ ਦੇ ਜ਼ਿਆਦਾ ਜਾਂਦਾ, ਕਿਉਂਕਿ ਬਚਾਉਣ ਉਹਨਾਂ ਨੂੰ ਆਇਆ ਸੀ। ਧਰਮੀ ਤੇ ਪਹਿਲਾਂ ਹੀ ਬਚੇ ਹੋਏ ਨੇ, ਉਹਨਾਂ ਨੂੰ ਕੀ ਬਚਾਉਣਾ ਸੀ? ਤੇ ਮੈਂ ਕਿਹਾ ਨਹੀਂ ਮੈਂ ਜਾਣਾ, ਮੈਨੂੰ ਖੁਦਾ ਦੇ ਆਤਮਾ ਨੇ ਕਿਹਾ। ਕਹਿੰਦੇ ਠੀਕ ਹੈ ਫਿਰ ਤੁਸੀਂ ਵੀਰ ਜੀ ਆ ਜਾਓ। ਜਦੋਂ ਮੈਂ ਉਹਨਾਂ ਦੇ ਘਰ ਗਿਆ ਤੇ ਮੈਂ ਉਹਨਾਂ ਦੇ ਕਮਰੇ ਦੇਖੇ ਬਾਲੇ ਵਾਲੇ, ਤੇ ਉਹਨਾਂ ਦੇ ਪਾਪਾ ਜਿਹੜੇ ਸੀ ਉਹ ਕਾਰਪੋਰੇਸ਼ਨ ਕੰਪਨੀ ਵਿੱਚ ਕੰਮ ਕਰਦੇ ਸੀ। 40,000 ਰੁਪਇਆ ਉਹਨਾਂ ਦੀ ਤਨਖਾਹ ਸੀ ਤੇ ਗਰੀਬੀ ਬਹੁਤ ਜ਼ਿਆਦਾ, ਤੇ ਕਰਜ਼ੇ ਦੇ ਨਾਲ ਲੱਦੇ ਹੋਏ। ਕਮ ਸੇ ਕਮ ਉਹਨਾਂ ਦੇ ਉੱਤੇ ਕੋਈ 7-8 ਲੱਖ ਕਰਜ਼ਾ ਹੋਊਗਾ, ਇਸ ਤੋਂ ਵੀ ਵੱਧ ਹੋ ਸਕਦਾ। ਜ਼ਮੀਨ ਉਹਨਾਂ ਦੇ ਕੋਲ ਕਾਫੀ ਸੀ, ਕਮਰੇ ਉਹਨਾਂ ਦੇ ਸਿਰਫ 2 ਸੀ, ਇੱਕ ਬੈਠਕ ਸੀ। ਮੈਂ ਉਹ ਕਮਰਿਆਂ ਦੇ ਵਿੱਚ ਨਹੀਂ ਗਿਆ, ਪਰ ਮੈਂ ਬੈਠਕ ਦੇ ਵਿੱਚ ਬਹਿ ਕੇ ਦੁਆ ਕਰਨੀ ਸ਼ੁਰੂ ਕਰ ਦਿੱਤੀ। ਮੈਂ ਕਿਹਾ ਆਜੋ ਸਾਰਾ ਪਰਿਵਾਰ ਤੇ ਬਈਏ ਤੇ ਦੁਆ ਕਰੀਏ। ਮੈਂ ਕਿਹਾ ਅੱਜ ਖੁਦਾ ਨੇ ਤੁਹਾਡੇ ਲਈ ਕੁਝ ਦੇਣਾ ਹੈ ਪ੍ਰਭੂ। ਹਾਲੇਲੂਇਆ। ਅਸੀਂ ਦੁਆ ਕਰਨ ਬੈਠੇ, ਮੈਂ 1 ਘੰਟਾ ਦੁਆ ਕੀਤੀ। ਮੈਂ ਕਿਹਾ ਪਰਮੇਸ਼ਵਰ ਜੋ ਤੈਨੂੰ ਚਾਹੀਦਾ ਹੈ, ਜੋ ਇਹਨਾਂ ਨੂੰ ਚਾਹੀਦਾ ਹੈ,
ਮੈਂ ਚਾਹੁੰਦਾ ਮੇਰੇ ਉੱਤੇ ਪ੍ਰਗਟ ਕਰ ਦੇ। ਹਾਲੇਲੂਇਆ। ਕਹਿੰਦੇ ਇਹਨਾਂ ਨੂੰ ਕੁਛ ਨਹੀਂ ਚਾਹੀਦਾ, ਇਹਨਾਂ ਨੂੰ ਸਿਰਫ ਇੱਕ ਘਰ ਚਾਹੀਦਾ। ਮੈਂ ਉਹਨਾਂ ਨੂੰ ਆਵਾਜ਼ ਮਾਰੀ, ਮੇਰੇ ਤੋਂ ਕਾਫੀ ਵੱਡੇ ਸੀ ਅੰਕਲ। ਮੈਂ ਕਿਹਾ ਮੈਂ ਚਾਹੁੰਦਾ ਤੁਸੀਂ 6ਵਾਂ ਮਹੀਨਾ ਉਹਦੀ 5 ਤਰੀਕ ਨੂੰ ਆਪਣੇ ਘਰ ਦੇ ਕਮਰੇ ਢਾਹ ਦਿਓ। ਮੇਰੇ ਵੱਲ ਕਿੰਨਾ ਚਿਰ ਵੇਖਦੇ ਰਹੇ, ਕਹਿੰਦੇ ਹੈ ਪਾਸਟਰ ਕਿੱਦਾਂ ਦੀਆਂ ਗੱਲਾਂ ਕਰਦੇ। ਮੈਂ ਕਿਹਾ ਨਹੀਂ, ਮੈਨੂੰ ਪ੍ਰਭੂ ਦੱਸ ਰਿਹਾ ਇੱਥੇ ਬਹੁਤ ਵੱਡੀ ਕੋਠੀ ਬਣੇਗੀ। ਹਾਲੇਲੂਇਆ। ਮੈਂ ਕਿਹਾ ਇੱਕ ਵਾਰੀ ਤੁਸੀਂ ਕਰਕੇ ਦੇਖੋ। ਕਹਿੰਦੇ ਨਹੀਂ ਨਹੀਂ, ਇੱਥੇ ਤੇ ਕਾਫੀ ਪਾਸਟਰ ਆਉਂਦੇ ਨੇ, ਕਾਫੀ ਲੋਕ ਹੋ ਕੇ ਜਾਂਦੇ ਨੇ, ਪਰ ਆਪਾਂ ਨਹੀਂ ਇਹ ਕੰਮ ਕਰਨਾ, ਕੀ ਪਤਾ ਸਾਡੇ ਕੋਲ ਕਮਰੇ ਬਣ ਜਾਂ ਨਾ ਬਣ। ਮੈਂ ਕਿਹਾ ਨਹੀਂ, ਮੈਂ ਕਿਹਾ ਜੇ ਤੁਹਾਨੂੰ ਵਿਸ਼ਵਾਸ ਹੈ, ਅਗਰ ਤੁਹਾਨੂੰ ਵਿਸ਼ਵਾਸ ਹੈ, ਤੁਸੀਂ ਵਿਸ਼ਵਾਸ ਨਾਲ ਬੁਲਾਇਆ ਤੇ ਕੰਮ ਕਰੋ। ਕਹਿੰਦੇ ਠੀਕ ਹੈ। ਕਹਿੰਦੇ ਸਾਡੇ ਕੋਲ ਇੰਨੇ ਪੈਸੇ ਨਹੀਂ। ਮੈਂ ਕਿਹਾ ਪਤਾ ਨਹੀਂ ਪੈਸੇ ਕਿੱਥੋਂ ਆਏ ਨੇ, ਤੁਹਾਨੂੰ ਖੁਦ ਨਹੀਂ ਪਤਾ। ਮੈਂ ਵਚਨ ਦੇਤਾ ਉਹਨਾਂ ਨੂੰ। 6ਵਾਂ ਮਹੀਨਾ ਆਇਆ, ਉਹਨਾਂ ਦੀਆਂ 6 ਕੁੜੀਆਂ ਸੀ, ਇੱਕੋ ਹੀ ਬੇਟਾ ਸੀ। 6 ਦੇ ਵਿੱਚੋਂ 2 ਲੜਕੀਆਂ ਵਿਆਹੀਆਂ ਸੀ, 4 ਕੁਆਰੀਆਂ ਸੀ। ਮੈਂ ਕਿਹਾ ਤੁਸੀਂ ਇਦਾਂ ਹੀ ਕਰਨਾ, 6ਵੇਂ ਮਹੀਨੇ 5 ਤਰੀਕ ਨੂੰ ਰਿਜੈਕਟ ਟਾਈਮ ਤੇ ਕਮਰੇ ਨੂੰ ਕੀ ਕਰ ਦਿਓ, ਹਟਾ ਦਿਓ। ਕਹਿੰਦੇ ਜੇ ਅਸੀਂ ਕਮਰੇ ਢਾਹ ਵੀ ਦਈਏ ਤਾਂ ਵੀ ਸਾਡੇ ਕੋਲ ਇੱਕ ਹੀ ਕਮਰਾ ਬਣਨਾ ਹੈ। ਮੈਂ ਕਿਹਾ ਨਹੀਂ, ਮੈਨੂੰ ਤਾਂ ਖੁਦਾ ਨੇ ਤੇ ਲੈਂਟਰ ਵੀ ਬੜਾ ਵੱਡਾ ਦਿਖਾਇਆ, ਕਮ ਸੇ ਕਮ 18 ਸੈਂਕੜਿਆਂ ਦਾ। ਮੈਨੂੰ ਨਹੀਂ ਪਤਾ ਉਹ ਕਿੰਨੇ ਬਣਦੇ। ਮੈਂ ਕਿਹਾ ਮੈਨੂੰ ਖੁਦਾ ਨੇ ਇਹ ਦਿਖਾਇਆ। ਕਹਿੰਦੇ ਚਲੋ ਠੀਕ ਹੈ, ਜੇ ਤੁਸੀਂ ਕਹਿੰਦੇ ਤੇ ਅਸੀਂ ਇਹ ਕੰਮ ਕਰਾਂਗੇ। ਜਦੋਂ 6ਵਾਂ ਮਹੀਨਾ ਆਇਆ, ਉਹਨਾਂ ਨੇ ਢਾਉਣਾ ਸ਼ੁਰੂ ਕਰ ਦਿੱਤਾ। ਜਦੋਂ ਢਾਉਣਾ ਸ਼ੁਰੂ ਕੀਤਾ, ਉਹਨਾਂ ਦਾ ਜਵਾਈ ਇੱਕ ਅੱਛੇ ਸਕੂਲ ਵਿੱਚ ਲੱਗਾ ਹੋਇਆ ਸੀ, ਦੂਸਰਾ ਜਵਾਈ ਸੀ ਉਹ ਵੀ ਅੱਛਾ ਕੰਮ ਕਰਦਾ ਸੀ। ਤੇ ਕਹਿੰਦੇ ਜਦੋਂ 6ਵਾਂ ਮਹੀਨੇ ਅਸੀਂ ਢਾਉਣੇ ਸ਼ੁਰੂ ਕਰ ਦਿੱਤੇ ਤੁਹਾਡੇ ਕਹਿਣ ਦੇ ਨਾਲ, ਤੇ ਮੈਂ ਤੇ ਉਦੋਂ ਬਾਹਰ ਸੇਵਾ ਦੇ ਵਿੱਚ ਰਹਿੰਦਾ ਸੀ, ਮੈਨੂੰ ਵੀ ਪਤਾ। ਕਹਿੰਦੇ ਪਤਾ ਨਹੀਂ ਕਿੱਧਰੋਂ 3 ਲੱਖ ਆ ਗਿਆ, ਪਤਾ ਨਹੀਂ ਕਿੱਧਰੋਂ ਲੱਖ ਆ ਗਿਆ, ਪਤਾ ਨਹੀਂ ਕਿੱਧਰੋਂ 2 ਲੱਖ ਆ ਗਿਆ। ਜਿਨ੍ਹਾਂ ਦੇ ਕੋਲ ਉਹਨਾਂ ਨੇ ਪੈਸੇ ਲੈਣੇ ਸੀ, ਉਹ ਸਾਰੇ ਪੈਸੇ ਉਦੋਂ ਹੀ ਕੀ ਹੋ ਗਏ, ਇਕੱਠੇ ਹੋ ਗਏ। ਹਾਲੇਲੂਇਆ। ਉਹ ਜਿੰਨੇ ਪੈਸੇ ਇਹਨਾਂ ਨੇ ਇਕੱਠੇ ਕੀਤੇ, ਸਾਰੇ ਪੈਸੇ ਇਹਨਾਂ ਨੇ ਆਪਣੇ ਘਰ 'ਚ ਲਾਏ। ਜਦੋਂ ਲੈਂਟਰ ਪੈਣ ਵਾਲਾ ਸੀ, ਉਹਨਾਂ ਨੇ ਬੁਲਾਇਆ, ਮੈਂ ਚਲ ਗਿਆ ਉੱਤੇ। ਜਦੋਂ ਲੈਂਟਰ ਵਾਸਤੇ ਮੈਂ ਸਿਰਫ ਉਹਨਾਂ ਦੇ ਘਰ ਹਾਲੇ ਜਾ ਕੇ ਪਾਣੀ ਪੀਤਾ ਤੇ ਲੈਂਟਰ ਉੱਥੇ ਰੁਕ ਗਿਆ। ਸ਼ੈਤਾਨ ਨੇ ਬੜੀ ਵੱਡੀ ਚਾਲ ਖੇਡੀ ਤੇ ਮੈਨੂੰ ਸ਼ੈਤਾਨ ਪਤਾ ਕੀ ਕਹਿੰਦਾ, ਇੱਥੇ ਤੇਰੀ ਬੇਇੱਜ਼ਤੀ ਹੋਣੀ ਹੁਣ। ਮੈਂ ਕਿਹਾ ਮੈਨੂੰ ਇੰਨਾ ਟਾਈਮ ਨਹੀਂ ਹੋਇਆ ਪ੍ਰਭੂ ਦੇ ਵਿੱਚ ਆਏ, ਪਰ ਮੈਨੂੰ ਵਿਸ਼ਵਾਸ ਹੈ ਮੇਰੇ ਪ੍ਰਭੂ ਦੇ ਕਿ ਇਹਨਾਂ ਨੂੰ ਲੱਖ ਦੀ ਜ਼ਰੂਰਤ ਹੈ, ਪਰ ਪਰਮੇਸ਼ਰ ਫਿਰ 2 ਲੱਖ ਲੈ ਕੇ ਆਏਗਾ। ਹਾਲੇਲੂਇਆ। ਤੇ ਉਹਨਾਂ ਨੇ ਮੈਨੂੰ ਆਣ ਕੇ ਅੰਕਲ ਮੈਨੂੰ ਕਹਿੰਦਾ ਕਿ ਪਾਸਟਰ ਜੀ ਤੁਹਾਡੇ ਕਹਿਣ ਦੇ ਨਾਲ ਮੈਂ ਕਮਰੇ ਤੇ ਢਾਹ ਤੇ ਲੈਂਟਰ ਵੀ ਪੈ ਗਿਆ, ਮਤਲਬ ਕਿ ਮਸ਼ੀਨ ਚੱਲਣ ਹੀ ਵਾਲੀ ਆ, ਤੇ ਪਰ ਲੱਖ ਰੁਪਏ ਦੀ ਜ਼ਰੂਰਤ ਪੈ ਗਈ ਹੈ। ਮੈਂ ਉੱਥੇ ਕੁਰਸੀ ਤੇ ਬਹਿ ਗਿਆ। ਮੈਂ ਕਿਹਾ ਦੁਆ ਕੀਤੀ ਆਤਮਾ ਦੇ ਵਿੱਚ, ਮੂੰਹ ਤੋਂ ਕੁਝ ਬੋਲ ਕੇ ਨਹੀਂ ਕਿਹਾ। ਮੈਂ ਕਿਹਾ ਇੱਕ ਇਨਸਾਨ, ਮੈਂ ਕਿਹਾ 1 ਲੱਖ ਨਹੀਂ 2 ਲੱਖ ਲੈ ਕੇ ਆ ਰਿਹਾ। ਹਾਲੇਲੂਇਆ। ਜਦੋਂ ਉਹਨਾਂ ਦੀ ਕੁੜੀ ਨੇ ਫੋਨ ਕੀਤਾ, ਕਹਿੰਦੇ ਨਾ ਘਬਰਾਓ, ਅਸੀਂ 2 ਲੱਖ ਰੁਪਇਆ ਲੈ ਕੇ ਆ ਰਹੇ ਹਾਂ, ਤੁਸੀਂ ਲੈਂਟਰ ਦੀ ਮਸ਼ੀਨ ਕੋ ਚਾਲੂ ਕਰ ਦਿਓ। ਹਾਲੇਲੂਇਆ। ਇਹ ਰੱਬ ਦੀ ਬਲੇਸਿੰਗ, ਰੱਬ ਦੀ ਆਸ਼ੀਸ਼ ਜਦੋਂ ਮਨ ਲਾ ਕੇ ਸੁਣਾਂਗੇ ਨਾ, ਤੁਸੀਂ ਦੇਖੋ ਤੁਹਾਡੇ ਸਾਹਮਣੇ ਆਪ ਕੰਮ ਹੋਣਗੇ। ਆਪ ਪਰ ਸਾਡਾ ਮਨ ਕਿੰਨੇ ਦਬਾਅ ਹੈ ਪਤਾ ਹੈ, ਸਾਡੇ ਘਰ ਦੇ ਕੰਮਾਂ ਨੇ। ਸਾਨੂੰ ਸਾਡਾ ਕੰਮ ਨਹੀਂ ਬਣਦਾ, ਕੀ ਕਰੀਏ ਜੀ। ਅਸੀਂ ਇੰਨਾ ਪੈਸਾ ਇਕੱਠਾ ਕਰਦੇ, ਸਾਡਾ ਪੈਸਾ ਕਿੱਥੇ ਜਾ ਰਿਹਾ, ਬਰਕਤ ਨਹੀਂ ਹੈਗੀ, ਕੀ ਕਰੀਏ ਅਸੀਂ। ਜਦੋਂ ਉਹ 2 ਲੱਖ ਰੁਪਇਆ ਆਇਆ, ਉਹਨਾਂ ਨੇ ਮੇਰੇ ਹੱਥ 'ਚ ਦਿੱਤਾ। ਮੈਂ ਕਿਹਾ ਇਹ ਲਾ ਲਓ ਜੀ ਉੱਤੇ। ਹਾਲੇਲੂਇਆ। ਕਹਿੰਦੇ ਤੁਸੀਂ ਇਹਦੇ ਵਿੱਚੋਂ ਕੁਝ ਵੀ ਨਹੀਂ ਰੱਖਿਆ। ਮੈਂ ਕਿਹਾ ਮੈਂ ਲਾਲਚੀ ਪਾਸਟਰ ਨਹੀਂ ਹਾਂ, ਮੈਨੂੰ ਰੱਬ ਨੇ ਇਸਤੇਮਾਲ ਕਰਨਾ ਹੋਣਾ। ਅਗਰ ਮੈਂ ਇਹਨਾਂ ਚੀਜ਼ਾਂ 'ਚ ਫਸ ਗਿਆ ਤੇ ਮੈਂ ਅੱਗੇ ਜਾ ਕੇ ਸੇਵਾ ਨਹੀਂ ਕਰ ਸਕਦਾ। ਜਦੋਂ ਲੈਂਟਰ ਪੈ ਗਿਆ ਤੇ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਦੋਂ ਮੈਂ ਉਹਨਾਂ ਦੇ ਘਰ ਖਾਣਾ ਖਾਣਾ ਸੀ, ਉਹਨਾਂ ਬਾਲਿਆਂ ਵਾਲੇ ਰੂਮ ਦੇ ਵਿੱਚ, ਤੇ ਮੈਂ ਸਵੇਰ ਉੱਠਿਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਖਾਣਾ ਖਾਣਾ, ਲੈਂਟਰ ਤੋਂ ਪਹਿਲਾਂ ਦੀ ਗੱਲ ਹੈ। ਤੇ ਮੈਂ ਕਿਹਾ ਤੁਸੀਂ ਮੈਨੂੰ ਨਾ ਖਾਣਾ ਦਿਓ। ਕਹਿੰਦੇ ਸਾਡੀਆਂ ਪਲੇਟਾਂ ਦੇ, ਜਦੋਂ ਉਹਨਾਂ ਨੇ ਪਲੇਟਾਂ ਫੜਾਈਆਂ ਮੈਨੂੰ, ਤਾਂ ਮੈਂ ਪਲੇਟਾਂ ਫੜਾ ਦੋ ਤੇ ਪਿੱਛੇ ਕਰ ਲਿਆ। ਮੈਂ ਕਿਹਾ ਸਿਸਟਰ ਜੀ ਪਲੇਟ ਕਿਉਂ ਨਹੀਂ ਦੇ ਰਹੇ ਮੈਨੂੰ। ਕਹਿੰਦੇ ਨਹੀਂ ਇਹ ਨਾ ਤੁਸੀਂ ਗੁੱਸਾ ਨਾ ਕਰੋ, ਪਲੇਟ ਸਾਡੀਆਂ ਮਹਿੰਗੀਆਂ ਤਰੀਕਿਆਂ ਦੀ, ਗਰੀਬ ਸੀ, ਪਲੇਟਾਂ ਨਹੀਂ ਹੈਗੀਆਂ ਚਾਹ ਸਵਾਦ ਨਾਲ। ਤੇ ਮੈਂ ਕਿਹਾ ਤੁਸੀਂ ਪ੍ਰਾਹੁਣੇ ਕਿੱਦਾਂ ਭੁਗਤਾਉਂਦੇ ਹੋ। ਕਹਿੰਦੇ ਅਸੀਂ ਮਾੜਾ ਮੋਟਾ ਜੀ ਗੁਜ਼ਾਰਾ ਕਰਦੇ। ਮੈਂ ਕਿਹਾ ਨਹੀਂ ਮੈਂ ਇਸੇ ਥਾਲੀ 'ਚ ਰੋਟੀ ਖਾਣੀ ਹੈ। ਕਹਿੰਦੇ ਨਹੀਂ ਅਸੀਂ ਨਾ ਗਵਾਂਢੀਆਂ ਦੇ ਘੱਲਿਆ ਕਿਸੇ ਨੂੰ, ਆਪਣੀ ਭੈਣ ਨੂੰ, ਕਿ ਉਹ ਗਵਾਂਢੀਆਂ ਕੋਲੋਂ ਜਾ ਕੇ ਡਿਨਰ ਸੈੱਟ ਲੈ ਆਉਣਾ। ਮੈਂ ਕਿਹਾ ਨਹੀਂ ਮੈਂ ਇਸੇ ਥਾਲੀ 'ਚ ਰੋਟੀ ਖਾਣੀ ਹੈ। ਮੈਂ ਜਿੱਦ ਕੇ ਉਸੇ ਥਾਲੀ 'ਚ ਰੋਟੀ ਖਾਧੀ। ਛੋਟੇ ਆਪਣੇ ਭਰਾ ਨੂੰ ਵੀ ਕਿਹਾ, ਮੈਂ ਕਿਹਾ ਇਹਦੇ ਵਿੱਚ ਹੀ ਖਾਣੀ ਆ, ਤੇ ਸੰਗਣਾ ਤੇ ਸ਼ਰਮਾਉਣਾ ਨਹੀਂ, ਕੋਈ ਗੱਲ ਨਹੀਂ। ਮੈਂ ਰੋਟੀ ਖਾ ਕੇ ਹਟਿਆ, ਮੈਂ ਨਾਲ ਹੀ ਨੂੰ ਕਹਿਤਾ, ਮੈਂ ਕਿਹਾ ਲੈਂਟਰ ਤੇ ਪੈਣਾ ਨਾਲ 5 ਡਿਨਰ ਸੈੱਟ ਵੀ ਤੁਹਾਡੇ ਘਰ। ਬੋਲੋ
ਆਉਣਗੇ। ਹਾਲੇਲੂਇਆ। ਮੈਂ ਕਿਹਾ ਲੈਂਟਰ ਪੈਣ ਦੀ ਦੇਰ ਹੋਏਗੀ। ਮੈਂ ਕਿਹਾ ਜਿਹੜੀਆਂ 25 ਸਾਲ ਦੀਆਂ ਰੁਕੀਆਂ ਬਰਕਤਾਂ ਨਾ ਉਹ ਤੁਹਾਡੇ ਘਰ ਵਿੱਚ ਆਉਣਗੀਆਂ। ਜੇ ਨਾ ਆਉਣਗੀਆਂ ਤੇ ਮੈਂ ਕਿਹਾ ਮੈਂ ਆਪਣੇ ਹੱਥ ਤੋਂ ਮੂੰਹ ਤੋਂ ਫੇਰ ਕੇ ਕਹਿੰਦਾ ਮੈਨੂੰ ਸੇਵਕ ਨਾ ਕਰੋ, ਮੈਂ ਥੱਲੇ ਬੈਠਾਂਗਾ, ਤੁਸੀਂ ਮੇਰੇ ਲਾਗੇ ਕੁਰਸੀ ਤੇ ਬਹਿ ਜਾਓ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਜਦੋਂ ਦੇਣ ਵਾਲੇ ਨੂੰ ਨਹੀਂ ਡਰ ਬਚਨ ਦਾ ਤੇ ਲੈਣ ਵਾਲੇ ਨੂੰ ਕਾਹਦਾ ਹੋਣਾ ਚਾਹੀਦਾ। ਮੈਂ ਕਿਹਾ ਡਰੋ ਨਾ, ਮੈਂ ਬਚਨ ਦੇ ਰਿਹਾ ਤੇ ਪੂਰੇ ਵੀ ਆਪਣੇ ਸਮੇਂ ਮੁਤਾਬਿਕ ਹੋਣਗੇ। ਤੇ ਉਸ ਤੋਂ ਬਾਅਦ ਕੀ ਹੋਇਆ, ਛੋਟੀ ਲੜਕੀ ਜਿਹੜੀ ਸੀ ਹਾਕੀ ਟੀਮ ਦੀ ਕਪਤਾਨ ਸੀ, ਉਹਨੂੰ ਇੱਕ ਅੱਛੀ ਨੌਕਰੀ ਮਿਲ ਗਈ। 5 ਡਿਨਰ ਸੈੱਟ ਆਏ ਉਹਨਾਂ ਦੇ ਘਰ। ਉਸ ਤੋਂ ਬਾਅਦ ਸੋਫੇ ਆਏ 40,000 ਦੇ। ਉਸ ਤੋਂ ਬਾਅਦ 50 60 ਹਜ਼ਾਰ ਦੇ, ਪਤਾ ਨਹੀਂ ਕੀ ਲਟਰ ਪਟਰ ਹੁੰਦਾ ਰਿਹਾ ਉਹਨਾਂ ਦੇ ਘਰ। ਹਾਲੇਲੂਇਆ। ਅੱਜ ਤੱਕ ਉਹ ਗਵਾਹੀ ਦਿੰਦੇ ਨੇ। ਕੌਣ ਕੀਤਾ? ਪਰਮੇਸ਼ਵਰ। ਕਿਹਨੇ ਕੀਤਾ? ਪਰਮੇਸ਼ਵਰ। ਹਾਲੇਲੂਇਆ। ਅਸੀਂ ਕੁਝ ਨਹੀਂ ਆ, ਰੱਬ ਦੇ ਲੋਕ ਕੁਝ ਨਹੀਂ ਆ, ਪਰ ਪ੍ਰਭੂ ਦਾ ਵਚਨ ਕੀ ਕਹਿੰਦਾ? ਪੌਲਸ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਤੋਂ ਸਿੱਖਣਾ ਹੈ, ਪਰ ਹਰ ਇੱਕ ਚੀਜ਼ ਦਾ ਮਾਲਕ ਆ। ਹਾਲੇਲੂਇਆ। ਅਗਰ ਇਸੇ ਜ਼ੁਬਾਨ ਦੇ ਨਾਲ ਅਸੀਂ ਕੁਝ ਕਹਿ ਦਾਂਗੇ ਨਾ ਤੇ ਰੱਬ ਮਿੰਟ ਨਹੀਂ ਲਾਏਗਾ, ਸਕਿੰਟ ਨਹੀਂ ਲਾਏਗਾ। ਬਣਾਉਣ ਵਾਲਾ ਵੀ ਉਹ ਤੇ ਢਾਉਣ ਵਾਲਾ ਵੀ ਉਹੀ ਖੁਦਾ। ਹਾਲੇਲੂਇਆ। ਪਰ ਇੱਕ ਚੀਜ਼ ਹੈ, ਸੇਵਾ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਖੁਦਾ ਨੂੰ ਕਿਹਾ ਸੀ, ਖੁਦਾ ਜਿੰਨਾ ਮੇਰਾ ਜੀਵਨ ਹੋਏਗਾ ਨਾ ਮੈਂ ਤੇਰੇ ਵਿੱਚ ਲਾ ਦਾਂਗਾ। ਫਿਰ ਜਿੱਥੇ ਤੂੰ ਲੈ ਕੇ ਜਾਏਗਾ ਨਾ, ਚਾਹੇ ਉਹ 7 ਸਮੁੰਦਰ ਪਾਰ ਕਿਉਂ ਨਾ ਹੈ, ਪ੍ਰਭੂ ਜੀ ਮੈਂ ਜਾਵਾਂਗਾ। ਚਾਹੇ ਕਿਤੇ ਸਾਡੇ ਕੋਲ ਪੈਸੇ ਹੋਣ ਤੇ ਭਾਵੇਂ ਨਾ ਹੋਣ। ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਨੇ, ਮੈਂ ਪੁੱਛਿਆ ਉਹਨਾਂ ਦੀਆਂ ਭੈਣਾਂ ਨੂੰ, ਮੈਂ ਕਿਹਾ ਕਿ ਕਿੰਨੇ ਚਿਰ ਬਾਅਦ ਤੁਹਾਡਾ ਘਰ ਬਣਿਆ? ਕਹਿੰਦੇ ਸਾਡਾ ਘਰ ਵੀਰ ਜੀ 25 ਸਾਲ ਬਾਅਦ ਬਣਿਆ। ਕਹਿੰਦੇ ਅਸੀਂ ਜਿੱਥੇ ਜਾਂਦੇ ਸੀ ਚਰਚ, ਉਹਨਾਂ ਨੇ ਵੀ ਸਾਨੂੰ ਬਚਨ ਕੀਤੇ ਹੋਏ ਸੀ, ਪਰ ਪੂਰੇ ਨਹੀਂ ਸੀ ਹੋ ਰਹੇ। ਮੈਂ ਕਿਹਾ ਮੈਂ ਇਹ ਨਹੀਂ ਕਹਿੰਦਾ, ਮੈਂ ਕਿਸੇ ਦੇ ਵਿਸ਼ਵਾਸੀ ਨੂੰ ਤੋੜਨਾ ਨਹੀਂ ਚਾਹੁੰਦਾ, ਪਰ ਮੈਂ ਚਾਹੁੰਦਾ ਐਸਾ ਵਿਸ਼ਵਾਸ ਰੱਬ ਤੇ ਬਣਾਓ ਕਿ ਰੱਬ ਮਜਬੂਰ ਹੋ ਜਾਏ ਤੁਹਾਨੂੰ ਬਰਕਤ ਦੇਣ ਵਾਸਤੇ। ਐਸਾ ਮਨ ਖੁਦਾ ਦੇ ਅੱਗੇ ਡੋਲ ਦੋ ਕਿ ਖੁਦਾ ਸੋਚੇ ਕਿ ਮੈਨੂੰ ਦੇਣੀ ਪੈਣੀ ਬਰਕਤ ਹੈ, ਕਿਉਂਕਿ ਮੇਰੀ ਬੱਚੀ, ਮੇਰਾ ਬੱਚਾ ਬੜੇ ਸਾਲਾਂ ਤੋਂ ਮੰਗ ਰਿਹਾ। ਹਾਲੇਲੂਇਆ। ਹਾਲੇਲੂਇਆ। ਅੱਗੇ ਪੜਾਂਗੇ ਅਸੀਂ। ਅਤੇ ਅੱਗੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਪਰਮੇਸ਼ਰ ਸਾਰੀਆਂ ਕੌਮਾਂ ਤੇ ਕੀ ਕਰੇਗਾ? ਬੋਲੋ ਉੱਚਾ। ਕੁਝ ਲੋਕ ਕਹਿੰਦੇ ਅਸੀਂ ਉੱਚੇ ਨਹੀਂ ਹੋ ਰਹੇ, ਅਸੀਂ ਉਦਾਂ ਦੇ ਉਦਾਂ ਹੀ ਆ, ਸਾਡੇ ਕਮਰੇ ਵੀ ਉਸੇ ਤਰ੍ਹਾਂ ਦੇ। ਮੈਂ ਇਸ ਤੋਂ ਪਹਿਲਾਂ ਪ੍ਰਭੂ ਦੀ ਦਾਸੀ ਦੇ ਨਾਲ ਗਵਾਹੀ ਕਰ ਰਿਹਾ ਸੀ ਕਿ ਖੁਦਾ ਨੇ ਚੁਣਿਆ ਕਿਦਾਂ। ਮੈਂ ਇਹ ਨਹੀਂ ਕਹਿੰਦਾ ਮੈਨੂੰ ਚੁਣਿਆ ਤੁਹਾਨੂੰ ਨਹੀਂ ਚੁਣੇਗਾ। ਹਾਂ, ਪਰਮੇਸ਼ਰ ਦੀ ਮਰਜ਼ੀ, ਜਿਹਨੂੰ ਮਰਜ਼ੀ ਚੁਣ ਲੇ। ਹਾਲੇਲੂਇਆ। ਅਸੀਂ ਖੁਦਾ ਦੇ ਸਾਹਮਣੇ ਜਿੱਦ ਨਹੀਂ ਲਾ ਸਕਦੇ, ਪਰਮੇਸ਼ਰ ਦੇ ਲੋਕਾਂ ਦੇ ਨਾਲ ਮੱਥਾ ਨਹੀਂ ਲਾ ਸਕਦੇ, ਪ੍ਰਭੂ ਦੇ ਨਾਲ ਮੱਥਾ ਨਹੀਂ ਲਾ ਸਕਦੇ। ਹਾਲੇਲੂਇਆ। ਜਿਸ ਜਗ੍ਹਾ ਤੇ ਮੈਂ ਚਰਚ ਲਾਉਣਾ, ਸਾਡਾ ਵਿਰੋਧ ਬੜਾ ਹੋਇਆ। ਮੈਂ ਤੇ ਪ੍ਰਭੂ ਦੀ ਦਾਸੀ ਨੇ ਜਾਣਾ, ਮੇਰੀ ਵਾਈਫ ਨੇ, ਇੱਕ ਸਾਹਮਣੇ ਲੇਡੀ ਸੀ, ਉਹਨੇ ਮੈਨੂੰ ਬੜੀਆਂ ਗਾਲਾਂ ਕੱਢਣੀਆਂ। ਉਹ ਕਿਤੇ ਹੋਰ ਚਰਚ ਜਾਂਦੀ ਸੀ, ਉਹਨੇ ਮੈਨੂੰ ਬੜਾ ਕੁਝ ਬੋਲਣਾ, ਆ ਗਿਆ ਜੀ ਮੁੰਡਾ ਜਾਂ ਆ ਗਿਆ ਜੀ ਛੋਕਰਾ ਜਾਂ ਸਾਡੇ ਨਾਲ ਮੁਕਾਬਲੇ। ਮੈਂ ਉਹਦੀਆਂ ਗੱਲਾਂ ਨੂੰ ਸੁਣਨਾ ਜ਼ਰੂਰ, ਪਰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਪਰਮੇਸ਼ਵਰ ਤੂੰ ਤੇ ਸਾਡੇ ਜੀਭ ਦੇ ਅੰਦਰ ਇੰਨੀ ਪਾਵਰ ਦਿੱਤੀ ਹੈ, ਅਗਰ ਮੈਂ ਕੁਝ ਬੋਲਤਾ ਨਾ ਇਹਨੂੰ ਤੇ ਮੈਂ ਕਹਿੰਦੇ ਰਾਤ ਉੱਠਣਾ ਨਹੀਂ। ਹਾਲੇਲੂਇਆ। ਬੜਾ ਕੁਝ ਉਹਨੇ ਬੋਲਿਆ। ਮੈਂ ਦੁਪਹਿਰਾਂ ਨੂੰ ਦੁਆ ਕਰਨੀ ਜਾ ਕੇ ਆਪਣੇ ਭਵਨ ਦੇ ਵਿੱਚ, ਮੇਰੇ ਨਾਲ ਬੱਚੀਆਂ ਹੁੰਦੀਆਂ ਸੀ, ਮੈਂ ਉਹਨਾਂ ਨੂੰ ਲੈ ਜਾਣਾ ਨਾਲ, ਕੁਝ ਭੈਣਾਂ ਵੀ ਹੋਣਾ। ਉਹਨੇ ਬਾਹਰੋਂ ਕਿਸੇ ਨੂੰ ਕਹਿਣਾ, ਉਹ ਚਰਚ ਦਾ ਦਰਵਾਜ਼ਾ ਬੰਦ ਕਰਕੇ ਪਤਾ ਨਹੀਂ ਕੀ ਕਰਦਾ, ਸਾਨੂੰ ਤੇ ਪਤਾ ਨਹੀਂ ਕੁਝ। ਸਾਡੇ ਗੁਆਂਢੀ ਸੀ, ਸਾਹਮਣੇ ਹੀ ਆ ਉਹ। ਤੇ ਮੈਨੂੰ ਮੇਰੀ ਕਲੀਸਿਆ ਨੇ ਕਹਿਣਾ ਆਣ ਕੇ, ਬੱਚੀਆਂ ਨੇ ਕਹਿਣਾ ਪਾਸਟਰ ਜੀ ਉਹ ਇਦਾਂ ਕਹਿੰਦੀ, ਇਸ ਤਰ੍ਹਾਂ ਕਹਿੰਦੀ। ਇੱਕ ਦਿਨ ਉਹਨੇ ਕੁਝ ਜ਼ਿਆਦਾ ਹੀ ਬੋਲ ਦਿੱਤਾ, ਹੱਦ ਤੋਂ ਵੱਧ। ਮੇਰੀ ਵਾਈਫ ਦੇ ਵੱਲੋਂ ਕੁਝ ਕਹਿ ਦਿੱਤਾ ਮੇਰੇ ਕੋਲ, ਮੇਰਾ ਗੁੱਸਾ ਬੜਾ ਕੰਟਰੋਲ ਨਹੀਂ ਹੋਇਆ। ਅਲੀਸ਼ਾ ਵਾਲਾ ਆਤਮਾ ਮੇਰੇ ਅੰਦਰ ਕੰਮ ਕਰਦਾ ਕਈ ਵਾਰ। ਮੈਂ ਕਿਹਾ ਪਰਮੇਸ਼ਵਰ ਮੈਂ ਚਾਹੁੰਦਾ ਇੱਕ ਵਾਰੀ ਇਹ ਮੌਤ ਦੇ ਮੂੰਹ ਚੋਂ ਬਾਹਰ ਹੋ ਕੇ ਆਏ। ਹਾਲੇਲੂਇਆ। ਹਾਲੇਲੂਇਆ। ਤੁਸੀਂ ਮੈਨੂੰ ਕਹੋਗੇ ਕਿੱਦਾਂ ਦਾ ਪਾਸਟਰ ਆ? ਮੈਂ ਕਿਹਾ ਇੱਕ ਵਾਰੀ ਇਹਨੂੰ ਮੌਤ ਦਾ ਦਰਵਾਜ਼ਾ ਦਿਖਾ ਕਿ ਮੌਤ ਹੁੰਦੀ ਕੀ ਹੈ। ਜਿਸ ਰਾਤ ਮੈਂ ਕਿਹਾ 2 ਦਿਨ ਪਏ, ਅਗਲੇ ਦਿਨ ਉਹਨੂੰ ਅਟੈਕ ਹੋ ਗਿਆ। ਅਟੈਕ ਐਸਾ ਹੋਇਆ ਕਿ ਬਾਈਬਲ ਪੜ੍ਹਦੀ ਨੂੰ ਅਟੈਕ ਹੋਇਆ। ਜਦੋਂ ਅਟੈਕ ਹੋ ਗਿਆ, ਮੰਜੇ ਤੇ ਲੰਮੇ ਪੈ ਗਈ, ਪੈਰਾਲਾਈਜ਼ ਹੋ ਗਿਆ, ਇੱਕ ਜਗ੍ਹਾ ਖਲੋ ਗਈ। ਜਦੋਂ ਜਗ੍ਹਾ ਖਲੋ ਗਈ ਤੇ ਮੇਰੀ ਵਿਸ਼ਵਾਸੀ ਸੀ ਭੈਣ,
ਕਹਿੰਦੀ ਪਾਸਟਰ ਜੀ ਤੁਹਾਨੂੰ ਨਹੀਂ ਪਤਾ ਬੇਬੀ ਨੂੰ ਅਟੈਕ ਆ ਗਿਆ। ਤੇ ਨਾਲ ਹੀ ਮੈਨੂੰ ਕਹਿੰਦੀ ਸਾਨੂੰ ਤਰਸ ਵੀ ਬੜਾ ਆਇਆ, ਤੁਹਾਨੂੰ ਗੱਲਾਂ ਵੀ ਬੜੀਆਂ ਕੀਤੀਆਂ ਸੀ ਨੇ। ਮੈਂ ਕਿਹਾ ਦੇਖ, ਪਹਿਲੀ ਤੇ ਗੱਲ, ਰੱਬ ਦੇ ਲੋਕ ਬੋਲਦੇ ਨਹੀਂ ਹੈ। ਕੀ ਨਹੀਂ ਕਰਦੇ? ਬੋਲਦੇ ਨੇ। ਚਾਹੇ ਲੋਕੀ ਲੱਖ ਗੋਲੀਆਂ ਮਾਰਨ, ਲੱਖ ਲੋਕੀ ਗਾਲਾਂ ਕੱਢਣ, ਗੰਦੀਆਂ ਮੰਦੀਆਂ ਜੋ ਮਰਜ਼ੀ ਕਹਿਣ, ਪਹਿਲੀ ਤੇ ਗੱਲ ਉਹ ਬੋਲਦੇ ਨਹੀਂ ਹੈ। ਅਗਰ ਉਹ ਬੋਲ ਗਏ ਤੇ ਫਿਰ ਵਾਰ ਖਾਲੀ ਨਹੀਂ ਜਾਂਦਾ। ਫਿਰ ਉਸੇ ਘੜੀ ਕੀ ਹੋਇਆ, ਮੈਨੂੰ ਪਰਮੇਸ਼ਵਰ ਦਾ ਆਤਮਾ ਕਹਿੰਦਾ ਮੈਂ ਚਾਹੁੰਦਾ ਤੂੰ ਉੱਥੇ ਦੁਆ ਕਰਕੇ ਆ ਉਸ ਭੈਣ ਦੇ। ਮੈਂ ਗਿਆ, ਬੜੀ ਖੁਸ਼ ਹੋ ਗਈ। ਇਹਦਾ ਪਾਸਟਰ ਜੀ ਜੈਪ ਸਿੰਘ ਮੈਨੂੰ ਨੇ ਕਦੀ ਨਹੀਂ ਕਿਹਾ ਇਸ ਤਰ੍ਹਾਂ। ਇਸ ਮੂੰਹ ਦੇ ਵਿੱਚੋਂ ਸਿਰਫ ਮੈਂ ਗਾਲਾਂ ਸੁਣੀਆਂ ਸੀ, ਗਾਲਾਂ ਮੂੰਹ ਦੇ ਵਿੱਚ। ਉਹ ਵੀ ਬੜਾ ਕਾਫੀ ਮੰਦਾ ਚੰਗਾ ਬੋਲਣਾ। ਮੈਂ ਉਹਨਾਂ ਨੂੰ ਕਹਿਣਾ ਕੋਈ ਨਹੀਂ, ਛੱਡੋ ਜੀ, ਰੱਬ ਦੇਖ ਲੇਗਾ, ਰੱਬ ਕਰ ਲੇਗਾ। ਰੱਬ ਨੂੰ ਪਤਾ ਹੈ ਰੱਬ ਸਾਡੀ ਜੰਗ ਖੁਦ ਆਪ ਲੜੇਗਾ। ਤੇ ਜਦੋਂ ਉੱਠ ਕੇ ਬਹਿਣ ਲੱਗੀ ਤੇ ਮੈਨੂੰ ਕਹਿੰਦੀ ਆ ਸਾਰੀ ਜਗ੍ਹਾ ਮੇਰੀ ਖਲੋ ਗਈ ਆ ਪਾਸਟਰ ਜੀ। ਮੈਂ ਕਿਹਾ ਚਿੰਤਾ ਨਾ ਕਰ, ਮੈਂ ਕਿਹਾ ਸਿਰਫ 15 ਦਿਨਾਂ ਦੇ ਵਿੱਚ ਤੂੰ ਉਸੇ ਤਰ੍ਹਾਂ ਹੋ ਜਾਏਗੀ। ਹਾਲੇਲੂਇਆ। ਕਹਿੰਦੀ ਵੈਸੇ ਮੈਂ ਕਰਾਈ ਆ ਆਪਣੇ ਪਾਸਟਰ ਜੀ ਕੋਲ ਦੁਆ। ਮੈਂ ਕਿਹਾ ਮੈਂ ਨਹੀਂ ਜਾਣਦਾ, ਪਰ ਮੈਂ ਤੈਨੂੰ ਕਹਿ ਰਿਹਾ 15 ਦਿਨਾਂ ਦੇ ਵਿੱਚ ਤੂੰ ਆਪਣੇ ਪੈਰਾਂ ਤੇ ਕੀ ਹੋ ਜਾਏਗੀ? ਖੜੀ ਹੋ ਜਾਏਗੀ। ਇਹ ਤੇ ਮੈਂ ਕਿਹਾ ਤੈਨੂੰ ਰੱਬ ਨੇ ਟ੍ਰੇਨਰ ਦਿਖਾਇਆ ਹੈ, ਫਿਲਮ ਨਹੀਂ ਦਿਖਾਈ ਤੈਨੂੰ ਹਾਲੇ। ਤੇ ਜਦੋਂ 15 ਦਿਨਾਂ ਤੇ ਆਪਣੇ ਪੈਰਾਂ ਤੇ ਖੜੀ ਹੋ ਗਈ, ਦੇਖੋ ਇਹ ਪਰਮੇਸ਼ਵਰ ਦਾ ਵਚਨ ਹੈ। ਮੈਂ ਵੀ ਇਹਦੇ ਸਾਹਮਣੇ ਜਿੱਦ ਨਹੀਂ ਸਕਦਾ, ਤੁਸੀਂ ਵੀ ਨਹੀਂ ਜਿੱਦ ਕਰ ਸਕਦੇ। ਜੋ ਖੁਦਾ ਦਾ ਵਚਨ ਹੈ ਖੁਦਾ ਦਾ ਰਹੇਗਾ। ਅੱਜ ਤੱਕ ਅਗਰ ਮੈਂ ਉਹਨੂੰ ਨਾਂ ਵੀ ਨਾ ਬੁਲਾਵਾਂ, 3-4 ਬੱਚੇ ਦੀ ਮਾਂ, ਉਹ ਕਾਫੀ ਵੱਡੀ ਮੇਰੇ ਤੋਂ ਏਜ ਦੀ, ਇਦਾਂ ਕਰੂਗੀ। ਇਦਾਂ ਜੈਮਸ ਦੀ ਪਾਸਟਰ ਜੀ ਆ ਜਾਓ ਚਾਹ ਪਾਣੀ ਪੀ ਲਓ। ਕਿੰਨੇ ਕੀਤਾ? ਬੋਲੋ, ਕਿੰਨੇ ਕੀਤਾ ਨੀਵਾ? ਪਰਮੇਸ਼ਵਰ ਨੇ। ਹਾਲੇਲੂਇਆ, ਹਾਲੇਲੂਇਆ। ਮੈਂ ਕਿਹਾ ਅਸੀਂ ਤੈਨੂੰ ਕੁਝ ਨਹੀਂ ਕਹਿਣਾ। ਮੈਂ ਕਈ ਵਾਰ ਉਹਨੂੰ ਇਗਨੋਰ ਨਹੀਂ ਕਰਦਾ। ਮੈਂ ਜਾਣ ਬੁੱਝ ਕੇ ਅੰਦਰ ਵੜ ਜਾਗਾ ਤੇ ਮੇਰੇ ਪਿੱਛੇ ਆਊਗੀ ਪਾਸਟਰ ਜੀ ਜੈਮਸੀ ਦੀ, ਬਾਜੀ ਜੈਮਸੀ ਦੀ, ਆ ਜਾਓ ਚਾਹ ਪੀ ਲਓ। ਪਰਮੇਸ਼ਵਰ ਜਦ ਤੱਕ ਨੀਵਾ ਨਾ ਕਰੇ ਬੰਦਾ ਨੀਵਾ ਨਹੀਂ ਹੁੰਦਾ। ਇਹ ਖੁਦਾ ਦੀ ਬਰਕਤ। ਪਰ ਮੈਂ ਇੱਕ ਚੀਜ਼ ਤੁਹਾਨੂੰ ਕਹਾਂਗਾ, ਪਰਮੇਸ਼ਵਰ ਦੇ ਨਾਲ ਤੇ ਪ੍ਰਭੂ ਦੇ ਲੋਕਾਂ ਨਾਲ ਕਦੇ ਮੱਥਾ ਨਾ ਲਾਓ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਇਨਸਾਨ ਦੇ ਨਾਲ ਲਾਲੇਗਾ ਤੇ ਬਚ ਜਾਏਗਾ, ਪਰ ਪ੍ਰਭੂ ਦੇ ਲੋਕਾਂ ਨਾਲ ਲਾਏਗਾ ਤੇ ਉਹ ਬਚੇਗਾ ਨਹੀਂ। ਕਹਿੰਦਾ ਖੁਦਾ ਦੀ ਜਦ ਲਾਠੀ ਪੈਂਦੀ ਹੈ ਤੇ ਆਵਾਜ਼ ਨਹੀਂ ਨਿਕਲਦੀ। ਹਾਲੇਲੂਇਆ। ਸੋ ਮੈਂ ਚਾਹਾਂਗਾ ਕਿ ਪਰਮੇਸ਼ਵਰ ਕਹਿੰਦਾ ਮੈਂ ਤੁਹਾਨੂੰ ਉੱਚਿਆ ਕਰਾਂਗਾ, ਕੌਮਾਂ ਦੇ ਵਿੱਚ ਉੱਚਿਆ ਕਰਾਂਗਾ। ਫਿਰ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਤੀਤਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਪੜ੍ਹੀਏ ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਦੇਖੋ ਕਿਹੜੀਆਂ ਸੀਸਾਂ ਪੈਣਗੀਆਂ? ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ, ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਫਿਰ ਪੜ੍ਹੀ ਜਾਈਏ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪ੍ਰਾਤਰਾ। ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਦੇਖੋ ਕਿੰਨੀਆਂ ਬਰਕਤਾਂ ਨੇ। ਬਸ ਸੋਣਾ ਨਹੀਂ, ਮੈਂ ਬੰਦ ਕਰ ਦੇ ਲਵਾਂ। ਕਿੰਨੀਆਂ ਖੁਦਾ ਨੇ ਆਸ਼ੀਸ਼ਾਂ ਨੇ। ਹੁਣ ਕਿੰਨੇ ਜਣੇ ਆਤਮਾ 'ਚ ਭਰੇ ਸੀ ਦੱਸੋ? ਆਤਮਾ ਹੁੰਦਾ ਸਾਰਿਆਂ ਨੂੰ, ਪਵਿੱਤਰ ਆਤਮਾ, ਇੱਕ ਅਲਾਹੀ ਰੂਪ, ਐਸਾ ਪਵਿੱਤਰ ਆਤਮਾ ਹੁੰਦਾ ਜਿਹੜਾ ਬੰਦੇ ਨੂੰ ਸੌਣ ਨਹੀਂ ਦਿੰਦਾ। ਫਿਰ ਵੀ ਅਸੀਂ ਪਤਾ ਨਹੀਂ ਕਰੋਗੇ ਪਾਸਟਰ ਦੇ ਪ੍ਰਚਾਰ ਬੰਦ ਕਰਨਾ। ਮੈਂ ਇਸ ਕਰਕੇ ਆਤਮਾ 'ਚ ਭਜਨ ਬੁਲਾਇਆ ਕਿ ਤੁਸੀਂ ਆਤਮਾ 'ਚ ਸਰਗਰਮ ਹੋ ਜਾਓ। ਇਸ ਕਰਕੇ ਨਹੀਂ ਕਿ ਤੁਸੀਂ ਸੌਣਾ ਸ਼ੁਰੂ ਕਰ ਦਿਓ। ਤਾਂ ਤੁਸੀਂ ਕਹੋ ਮੈਂ ਕੰਮ ਤੋਂ ਥੱਕਾ ਆਇਆ, ਹੁਣ ਮੈਂ ਸੌਵਾਂਗਾ ਰੱਜ ਕੇ। ਅੱਛਾ, ਬੰਦੇ ਨੂੰ ਕੰਮ ਕਰਦੇ ਨੀਂਦ ਆਉਂਦੀ ਦੱਸਿਓ ਕੋਈ ਜਰਾ? ਭੈਣਾਂ ਨੂੰ ਨੀਂਦ ਆਉਂਦੀ ਕਦੀ? ਰਸੋਈ ਦੇ ਵਿੱਚ ਜਦ ਰੋਟੀਆਂ ਬਣਾਉਂਦੀਆਂ ਕਹਿੰਦੇ ਮੈਂ ਸਾਰਾ ਕੰਮ ਮਕਾਮ ਖੂ ਕੇ ਨਾ ਤੇ ਰੈਸਟ ਕਰਾਂਗੇ। ਰੈਸਟ ਫੇਰ ਵੀ ਨਹੀਂ ਹੁੰਦੀ, ਹਨਾ? ਬੰਦਾ ਵੀ ਅੱਡੀਆਂ ਤੱਕ ਜੋੜ ਲਾ ਦਿੰਦਾ ਕਿ ਮੈਂ ਕੀ ਕਰਨਾ ਹੈ, ਕੰਮ ਕਰਕੇ ਪੈਸੇ ਇਕੱਠੇ ਕਰਨੇ ਆ। ਮੈਂ ਆਪਣੀ ਕਲੀਸਿਆ ਵਿੱਚ ਦੱਸਿਆ, ਮੈਂ ਕਿ ਦਿਹਾੜੀ ਕਰੋ ਤੇ ਪਰਮੇਸ਼ਵਰ ਦੇ ਲਈ ਕਰੋ। ਹਾਲੇਲੂਇਆ। ਹੁਣ ਤੁਸੀਂ ਰਾਤ ਕਿਹਦੇ ਲਈ ਬੈਠੇ ਹੋ ਪਤਾ ਹੈ? ਜੇ ਤੁਹਾਡੀ ਦਿਹਾੜੀ ਲੱਗ ਰਹੀ ਤੇ ਮੇਰੀ ਦਿਹਾੜੀ ਲੱਗ ਰਹੀ ਹੈ। ਸਾਡੀ ਉਹ ਦਿਹਾੜੀ ਹੈ ਜਿਹਦੇ ਵਿੱਚ ਇਲਾਹੀ ਬਰਕਤਾਂ ਨੇ। ਇਲਾਹੀ ਦਾ ਮਤਲਬ ਤੁਹਾਡੇ ਸਰੀਰ ਦੀ ਤੰਦਰੁਸਤੀ,
ਤੁਸੀਂ ਬਾਹਰ ਜਾਓਗੇ ਤੁਹਾਡੀ ਕੋਈ ਹਾਨੀ ਨਹੀਂ ਕਰ ਸਕਦਾ। ਤੁਸੀਂ ਆਪਣੇ ਘਰ ਵਿੱਚ ਹੋਗੇ ਸ਼ੈਤਾਨ ਤੁਹਾਡਾ ਸਾਹਮਣਾ ਨਹੀਂ ਕਰ ਪਾਏਗਾ। ਜੇ ਅਸੀਂ ਸਾਰਾ ਦਿਨ ਕੰਮ ਤੇ ਲਾਉਂਦੇ ਆ ਨਾ, ਤੇ ਮੈਂ ਚਾਹੁੰਦਾ ਕਿ 20-25 ਮਿੰਟ ਕਿਤੇ ਨਹੀਂ ਲਾ ਲਈਏ ਪਰਮੇਸ਼ਵਰ ਦੀ ਲਾ ਲਈਏ। ਹਾਲੇਲੂਇਆ। ਤੇ ਲਿਖਿਆ ਹੈ ਬਾਹਰ ਜਾਣ ਵਿੱਚ ਅੰਦਰ ਆਉਣ ਵਿੱਚ ਤੁਸੀਂ ਕੀ ਹੋਵੋਗੇ। ਦੇਖੋ ਕਿੰਨੀ ਵਾਰੀ ਪਰਮੇਸ਼ਰ ਨੇ ਮੁਬਾਰਕ ਲਿਖਿਆ, ਤੁਹਾਨੂੰ ਇਨਸਾਨ ਹੈ ਜੋ ਖੁਦਾ ਦੇ ਵਚਨਾਂ ਉੱਤੇ ਕੀ ਲਾਉਂਦਾ ਹੈ, ਮਨ ਲਾਉਂਦਾ ਹੈ, ਚਿੱਤ ਲਾਉਂਦਾ ਹੈ, ਲਿਖਿਆ ਉਹਦਾ ਭਲਾ ਹੋਵੇਗਾ। ਜਿਹੜਾ ਮੇਰੀਆਂ ਭਵਿਸ਼ਤਾ ਦੇ ਉੱਤੇ ਚੱਲਦਾ ਹੈ, ਲਿਖਿਆ ਉਹ ਬੂਟਾ ਐਸਾ ਹੋਵੇਗਾ ਜਿਹੜਾ ਨਦੀਆਂ ਦੇ ਕਿਨਾਰੇ ਲੱਗਿਆ ਹੋਇਆ ਤੇ ਜਿਹਦੇ ਪੱਤੇ ਕਦੇ ਕੁਮਲਾਉਂਦੇ ਨਹੀਂ ਹੈ। ਦੇਖੋ ਏਲੀਆ ਨੇ ਅਲੀਸ਼ਾ ਨੇ ਐਸੀਆਂ ਬਰਕਤਾਂ ਦਿੱਤੀਆਂ ਜਿਹੜੀਆਂ ਅੱਜ ਤੱਕ ਅਸੀਂ ਦੇਖ ਰਹੇ ਹਾਂ, ਹੁਣ ਦੇਖ ਰਹੇ ਹਾਂ ਕਿ ਖੁਦਾ ਕਿੱਡੇ ਕਿੱਡੇ ਵੱਡੇ ਕੰਮ ਕਰ ਰਿਹਾ ਹੈ। ਹਾਲੇਲੂਇਆ। ਇਹ ਲਿਖਿਆ ਪੜ੍ਹੀ ਅੱਗੇ, ਜਲਦੀ ਪੜ੍ਹ ਦਈਏ। ਯਹੋਵਾ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਦਿੱਤੇਗਾ। ਹਾਲੇਲੂਇਆ। ਕਿਹਨਾਂ ਨੂੰ? ਸਾਰੇ ਉੱਚੀ ਬੋਲੋ, ਸਾਰੇ ਬੋਲੋ। ਕਿਹਨਾਂ ਨੂੰ? ਕਿਹਨਾਂ ਨੂੰ? ਜਿਹੜਾ ਇਸ ਭਵਨ ਦੇ ਉੱਤੇ ਅੱਖ ਚੱਕ ਕੇ ਵੇਖੇਗਾ ਕੀ ਕਰ ਦੇਗਾ ਹੈ? ਬੋਲੋ। ਮਰਵਾ ਸੁੱਟੇਗਾ। ਇਹ ਤਾਂ ਨਹੀਂ ਕਿ ਬਚ ਜਾਏਗਾ। ਕੀ ਲਿਖਿਆ? ਮਰਵਾ ਸੁੱਟੇਗਾ। ਮੈਂ ਸੇਵਾ ਚ ਹੁੰਦਾ ਕਿ ਮੈਂ ਇੱਕੋ ਕਹਿੰਦਾ ਹੁੰਦਾ ਕਿ ਪ੍ਰਭੂ ਮੇਰੇ ਵੈਰੀਆਂ ਦਾ ਤੈਨੂੰ ਪਤਾ ਨਹੀਂ ਕਦੋਂ ਦਾ ਮਾਰ ਦੇਣਾ ਉਹਨਾਂ ਨੇ ਥੋੜੇ ਦੇਣੇ ਆ, ਮੈਨੂੰ ਕੋਈ ਡਰ ਨਹੀਂ, ਮੈਂ ਡਰ ਨਾਲ ਸੇਵਾ ਨਹੀਂ ਕਰਾਂਗਾ। ਲਿਖਿਆ ਪਤਰਸ ਤੇ ਯੂਹੰਨਾ ਕਿਹਦੇ ਨਾਲ ਸੇਵਾ ਕਰਦੇ ਸੀ? ਲਿਖਿਆ ਦਲੇਰੀ ਦੇ ਨਾਲ। ਕਹਿੰਦਾ ਸਾਨੂੰ ਪਰਮੇਸ਼ਰ ਦੇ ਵਿੱਚ ਦਲੇਰੀ ਹੈ, ਅਸੀਂ ਕਿਸੇ ਤੋਂ ਕੋਲੋਂ ਡਰਦੇ ਨਹੀਂ, ਅਸੀਂ ਇਨਸਾਨਾਂ ਦੇ ਕੋਲੋਂ ਨਹੀਂ ਡਰਦੇ, ਕੇਵਲ ਪਰਮੇਸ਼ਰ ਦੇ ਕੋਲੋਂ ਡਰਦੇ। ਮੈਂ ਸੇਵਾ ਦੇ ਵਿੱਚ ਆਇਆ ਤੇ ਮੈਂ ਇਸ ਕਰਕੇ ਨਹੀਂ ਆਇਆ ਕਿ ਮੈਂ ਬੜਾ ਡਰਪੋਕ ਆ, ਨਹੀਂ। ਉਹ ਤਾਂ ਮੈਂ ਐਸੀਆਂ ਚੀਜ਼ਾਂ ਦੇਖ ਲਈਆਂ ਨੇ ਜਿਹੜੀਆਂ ਮੈਂ ਕਹਿੰਦਾ ਲੋਕੀ ਦਿਨੇ ਦੇਖ ਲੈਣ ਤੇ ਸਾਰੀ ਰਾਤ ਸੌਣ ਨਾ, ਹਨਾ। ਕੋਈ ਭੂਤ ਵੇਖਦੇ ਨਾ ਜਿੰਦੇ ਜੀ ਤੇ ਕੀ ਕਰਦਾ ਬੋਲੋ ਸਾਰੇ, ਹਾਏ ਭੂਤ ਵੇਖ ਲਿਆ ਬੁਖਾਰ ਚੜ ਜਾਂਦਾ ਨਾਲ ਹੀ, ਹਨਾ। ਪਰ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਐਸਾ ਮਸਾ ਦਿੱਤਾ ਹੁੰਦਾ ਹੈ, ਉਹ ਐਸੀਆਂ ਚੀਜ਼ਾਂ ਦੇਖ ਕੇ ਵੀ ਡਰਦੇ। ਕਠਿਨਾਈਆਂ ਤੇ ਬੜੀ ਦੂਰ ਦੀ ਗੱਲ ਹੈ, ਗਰੀਬੀ ਤੇ ਬੜੀ ਦੂਰ ਦੀ ਗੱਲ ਹੈ, ਪਰਮੇਸ਼ਵਰ ਨੇ ਮਸਾ ਐਸਾ ਦਿੱਤਾ ਹੁੰਦਾ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੈਰੀਆਂ ਨੂੰ ਮਰਵਾ ਸੁੱਟੇਗਾ। ਹਾਲੇਲੂਇਆ। ਮੈਂ ਕੁਝ ਇਸ ਭਵਨ ਦੇ ਲਈ ਬਲੈਸਿੰਗ ਦੇਖੀ, ਮੈਂ ਤੁਸੀਂ ਆਤਮਾ 'ਚ ਭਰੇ ਸੀ, ਮੈਂ ਨੋਟ ਕਰਦਾ ਗਿਆ। ਮੈਂ ਦੇਖ ਰਿਹਾ ਸੀ ਭਵਨ ਬੜਾ ਛੋਟਾ ਹੈ, ਹਨਾ। ਮੈਨੂੰ ਨਹੀਂ ਪਤਾ ਜਗ੍ਹਾ ਇੰਨੀ ਕਿ ਜਾਂ ਇਸ ਤੋਂ ਵੱਧ ਹੈ, ਪਰ ਮੈਂ ਚਾਹੁੰਦਾ ਖੁੱਲਾ ਹੋ ਜੇ। ਕਿਉਂ ਜੇ ਪਤਾ ਹੈ? ਤੁਸੀਂ ਦੱਸੋ ਮੈਨੂੰ ਕੀ ਖੁਦਾ ਨੇ ਦੱਸਿਆ ਹੋਏਗਾ। ਮੈਂ ਇਸ ਕਰਕੇ ਥੋੜੀ ਆਇਆ ਕਿ ਪ੍ਰਭੂ ਦੀ ਦਾਸੀ ਨੇ ਬੁਲਾਇਆ ਜਾਂ ਉਹਨਾਂ ਦੇ ਬੱਚਿਆਂ ਨੇ ਬੁਲਾਇਆ, ਮੈਂ ਰੋਟੀਆਂ ਪਾਣੀ ਖਾਦੇ ਹੈ, ਅੱਛੇ ਫਰੂਟ ਖਾਦੇ ਤੇ ਸੌਂ ਗਿਆ। ਨਹੀਂ, ਇਹ ਤੇ ਸਾਰੀ ਉਮਰ ਸਾਨੂੰ ਮਿਲਣੀ ਹੈ ਰੋਟੀ ਜਿਹਨੂੰ ਇਨਸਾਨ ਭੱਜਾ ਫਿਰਦਾ ਹੈ। ਮੈਂ ਉਹ ਖੁਦਾ ਦੇ ਕੋਲੋਂ ਚੀਜ਼ ਲੈ ਕੇ ਆ ਘਰ ਤੋਂ ਚੱਲਣ ਤੋਂ ਪਹਿਲਾਂ ਮੈਂ ਕਿਹਾ ਪਰਮੇਸ਼ਵਰ ਮੈਨੂੰ ਉਹ ਦੱਸ ਜਿਹੜਾ ਤੇਰੇ ਲੋਕਾਂ ਕੋਲ ਹੈ ਨਹੀਂ ਹੈ। ਹਾਲੇਲੂਇਆ। ਤੁਹਾਡੇ ਇੰਨੇ ਕੁ ਭਵਨ ਦੇ ਵਿੱਚ ਕਿੰਨੀ ਬਲੈਸਿੰਗ ਹੈ, ਹਨਾ। ਮੈਂ ਮਹਿਸੂਸ ਕੀਤੀ ਹੈ ਕਿੰਨੀ ਆਸ਼ੀਸ਼ ਹੈ। ਮੈਂ ਸਭ ਤੋਂ ਪਹਿਲਾਂ ਚਾਹਾਂਗਾ ਕਿ ਚਰਚ ਜਿਹੜਾ ਖੁੱਲਾ ਹੋਵੇ। ਹਾਲੇਲੂਇਆ। ਕਿੰਨੇ ਜਣੇ ਚਾਹੁੰਦੇ? ਦੋਨੇ ਹੱਥ ਖੜੇ ਕਰੋ। ਮੈਂ ਵੀ ਚਾਹੁੰਦਾ ਨਾ ਇਹ ਚਰਚ ਦੀ ਬਿਲਡਿੰਗ ਹੈ ਉਹ ਉੱਥੋਂ ਤੱਕ ਚਲੀ ਜਾਏ, ਉਹ ਗੇਟ ਤੱਕ ਖੁੱਲਾ ਹੋ ਜਾਏ। ਕਿੰਨੇ ਜਣੇ ਵਿਸ਼ਵਾਸ ਕਰਦੇ ਨੇ ਕਿ ਇਹ ਸਾਲ ਵਿੱਚ ਨਵੇਂ ਲੋਕ ਆਉਣਗੇ? ਜੇ ਤੁਸੀਂ ਜ਼ੋਰ ਦੀ ਹਾਲੇਲੂਇਆ ਬੋਲੋਗੇ ਨਾ ਤੇ ਛੇਤੀ ਆਉਣਗੇ। ਮੈਂ ਚਾਹਾਂਗਾ ਕਿ ਗਲੀ ਦੇ ਲੋਕ ਜਾਗ ਪੈਣ। ਹਾਲੇਲੂਇਆ। ਮੈਂ ਸੇਵਾ 'ਚ ਆਇਆ, ਮੈਂ ਪ੍ਰਭੂ ਦੀ ਦਾਸੀ ਨੂੰ ਦੱਸ ਰਿਹਾ ਸੀ, ਮੇਰੇ ਪਾਪਾ ਨੂੰ 40-45 ਸਾਲ ਹੋ ਗਏ ਸੇਵਾ 'ਚ। ਮੈਂ ਸੇਵਾ 'ਚ ਆਇਆ ਤੇ ਮੇਰੀ ਸੇਵਾ ਉਹਨਾਂ ਨਾਲੋਂ ਵੀ ਕਿਤੇ ਵੱਧ ਗਈ। ਮੈਂ ਸਾਰੀ ਗੱਲ ਇਹਨਾਂ ਦੱਸ ਰਹੇ ਸੀ, ਸਾਨੂੰ 8:30 ਹੋ ਗਏ ਗੱਲਾਂ ਕਰਦੇ ਕਿਉਂਕਿ ਜਦੋਂ ਰੱਬ ਦੀ ਗੱਲ ਚੱਲਦੀ ਹੈ ਨਾ ਉਦੋਂ ਨੀਂਦ ਨਹੀਂ ਆਉਂਦੀ, ਉਦੋਂ ਥਕਾਵਟ ਮਹਿਸੂਸ ਨਹੀਂ ਹੁੰਦੀ, ਉਦੋਂ ਬੰਦਾ ਹਿੱਲ ਜੁਲ ਨਹੀਂ ਕਰਦਾ ਕਿਉਂਕਿ ਇਹਨੂੰ ਮਜ਼ਾ ਆਉਂਦਾ ਖੁਦਾ ਦੇ ਵਿੱਚ ਜਿਹੜਾ ਆਵਾਜ਼ ਮਨ ਲਾ ਕੇ ਪਰਮੇਸ਼ਵਰ ਦੀ ਕੀ ਕਰਦਾ ਹੈ, ਸੁਣਦਾ ਹੈ। ਮੈਂ ਕਿਹਾ ਇਸੇ ਸਾਲ ਦੇ ਵਿੱਚ ਅਗਰ ਨਵੇਂ ਲੋਕ ਨਾ ਹੋਣਗੇ ਤੇ ਮੈਨੂੰ ਸੇਵਕ ਨਾ ਬੋਲੇ। ਹਾਲੇਲੂਇਆ। ਜਿਹੜੇ ਕਹਿੰਦੇ ਨਾ ਤੇ ਭਵਨ ਰਹਿਣਾ ਨਹੀਂ ਤੇ 2 ਦਿਨਾਂ ਦੇ ਮਹਿਮਾਨ। ਹਾਲੇਲੂਇਆ। ਮੈਂ ਇਦਾਂ ਨਹੀਂ ਆਇਆ, ਮੈਂ ਇਹਨਾਂ ਦੇ ਘਰ ਵੀ ਬੈਠ ਕੇ ਸਾਨੂੰ ਥਕਾਵਟ ਹੋਈ ਸੀ। ਮੈਂ ਕੋਈ 3-4 ਸਾਲ ਬਾਅਦ ਹੀ ਬੱਸ ਦੇ ਸਫ਼ਰ ਕੀਤਾ। ਮੈਂ ਇੱਕੋ ਦੁਆ ਕਰਦੇ ਰਿਹਾ, ਮੈਨੂੰ ਪ੍ਰਭੂ ਨੇ ਬੜਾ ਕੁਝ ਦੱਸਿਆ। ਮੈਂ ਕਿਹਾ ਪਰਮੇਸ਼ਵਰ ਮੈਂ ਇੱਕੋ ਚੀਜ਼ ਚਾਹੁੰਦਾ ਕਿ ਵੈਰੀ ਅੱਖ ਚੁੱਕ ਕੇ ਵੀ ਇੱਥੇ ਬੋਲੋ
ਨਾ ਵੇਖਣ। ਮੈਂ ਤੇ ਇੱਥੋਂ ਤੱਕ ਕਹਿ ਦਿੰਦਾ ਕਿ ਡਾਇਰੀਆਂ ਤੇ ਨੋਟ ਕਰ ਲਓ ਅਗਰ ਮੇਰਾ ਵਚਨ ਗਲਤ ਹੋ ਜਾਏਗਾ। ਹਾਲੇਲੂਇਆ। ਮੈਂ ਜੋ ਬੋਲ ਦਿੱਤਾ ਮੈਂ ਕਦੇ ਉਸ ਚੀਜ਼ ਤੋਂ ਮੁਕਰਦਾ ਨਹੀਂ ਹਾਂ। ਮੇਰੇ ਅੰਦਰ ਇੰਨਾ ਡਰ ਨਹੀਂ ਹੈ ਕਿ ਮੈਂ ਆਪਣਾ ਵਚਨ ਬੋਲ ਕੇ ਕਹਦਾ ਨਹੀਂ ਜੀ ਉਹ ਤਾਂ ਦੂਸਰੇ ਸਾਲ 'ਚ ਮੈਂ ਕਿਹਾ ਸੀ, ਨਹੀਂ ਜੀ ਉਹ ਤਾਂ ਮੈਂ 2023 'ਚ ਬੋਲਿਆ ਸੀ। ਨਹੀਂ ਮੈਂ ਬੋਲ ਦਿੱਤਾ, ਪਰਮੇਸ਼ਵਰ ਕਰੇਗਾ। ਹਾਲੇਲੂਇਆ। ਉਸ ਤੋਂ ਬਾਅਦ ਤੀਸਰੀ ਗੱਲ ਮੈਂ ਦੇਖੀ ਬੱਚਿਆਂ ਦੇ ਵਿੱਚ, ਹਨਾ, ਇੱਥੇ ਬੇਟਾ ਢੋਲਕੀ ਵਜਾ ਰਿਹਾ ਸੀ, ਮੈਨੂੰ ਬੜਾ ਅੱਛਾ ਲੱਗ ਰਿਹਾ ਸੀ, ਬੜਾ ਵਧੀਆ ਮਹਿਸੂਸ ਹੋ ਰਿਹਾ ਸੀ। ਖੁਦਾ ਕਿਹਨਾਂ ਨੂੰ ਚਾਹੁੰਦਾ ਹੈ ਪਤਾ ਹੈ? ਕਿਸੇ ਨੂੰ? ਬੱਚਿਆਂ ਨੂੰ। ਯਿਸੂ ਮਸੀਹ ਨੇ ਕਿਹਾ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਇਹਨਾਂ ਨੂੰ ਨਾ ਰੋਕੋ, ਕਿਉਂਕਿ ਸਭ ਤੋਂ ਪਹਿਲਾ ਸਵਰਗ ਰਾਜ ਕਿਹਨਾਂ ਦਾ ਆਏਗਾ? ਬੋਲੋ ਕਿਹਨਾਂ ਦਾ ਆਏਗਾ? ਮੈਂ ਦੇਖਿਆ ਬੱਚਿਆਂ ਦੇ ਵਿੱਚ ਬੜੀ ਰੁਚੀ ਹੈ, ਹਨਾ। ਇਹਨਾਂ ਦੇ ਨਾਲ ਹੋਰ ਬੱਚੇ ਵੀ ਆਉਣਗੇ। ਮੈਂ ਚਾਹੁੰਦਾ ਤੁਸੀਂ ਢੋਲਕੀ ਸਿਖਾਓ, ਇਹਨਾਂ ਨੂੰ ਭਜਨ ਬੋਲਣੇ ਸਿਖਾਓ। ਐਸਾ ਖੁਦਾ ਦਾ ਆਤਮਾ ਇਹਨਾਂ ਦੇ ਅੰਦਰ ਕੰਮ ਕਰੇਗਾ। ਇਸ ਜਿਹੜੇ ਚਰਚ ਦੇ ਨਾਲ ਲੱਗਦੇ ਘਰ ਆ, ਇੱਕ ਦਿਨ ਇੱਥੇ ਨਾ ਹੋਣਗੇ ਤੇ ਮੈਨੂੰ ਫੋਨ ਕਰਕੇ ਪੁੱਛ ਲਿਓ ਕਿ ਪਾਸਟਰ ਜੀ ਤੁਹਾਡਾ ਵਚਨ ਝੂਠਾ ਹੋ ਗਿਆ। ਹੁਣ ਆਉਣਗੇ। ਹਾਲੇਲੂਇਆ। ਹਾਲੇਲੂਇਆ। ਇਸੇ ਕਰਕੇ ਕਈ ਵਾਰ ਖੁਦਾ ਆਪਣੇ ਲੋਕਾਂ ਨੂੰ ਭੇਜਦਾ ਹੈ। ਮੈਂ ਜਿੱਥੇ ਵੀ ਗਿਆ ਮੈਂ ਕਦੀ ਕਿਸੇ ਦੀ ਸੰਗਤ ਨੂੰ ਖਰਾਬ ਨਹੀਂ ਕੀਤਾ। ਮੈਂ ਕਹਿੰਦਾ ਜੋ ਰੱਬ ਨੇ ਤੁਹਾਨੂੰ ਦਾਸ ਬਖਸ਼ਿਆ ਉਹਦੀ ਸੇਵਾ ਕਰੋ, ਦੱਬ ਕੇ ਕਰੋ ਸੇਵਾ, ਜਿੰਨੀ ਤੁਸੀਂ ਸੇਵਾ ਕਰ ਸਕਦੇ ਹੋ। ਹਾਲੇਲੂਇਆ। ਇੱਥੇ ਮੇਰਾ ਫਸਟ ਟਾਈਮ ਨਹੀਂ ਹੈ, ਮੈਂ ਬੜੇ ਚਰਚਾਂ 'ਚ ਜਾ ਕੇ ਪ੍ਰਚਾਰ ਕੀਤਾ ਹੈ। ਕਾਫੀ ਜ਼ਿਆਦਾ ਸੀਐਨਏ ਚਰਚ ਦੇ ਵਿੱਚ, ਬੇਰਸ਼ਾਬਾ ਚਰਚ ਦੇ ਵਿੱਚ, ਔਰ ਹੋਰ ਵੀ ਕਾਫੀ ਮਿਸ਼ਨਾਂ ਦੇ ਚਰਚ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ, ਪਰ ਮੈਂ ਕਿਸੇ ਨੂੰ ਤੋੜਿਆ ਨਹੀਂ ਹੈ, ਬਣਾਇਆ ਹੈ। ਮੈਂ ਕਹਿੰਦਾ ਹਾਂ ਠੀਕ ਹੈ, ਜਿਹਦੇ ਕੋਲ ਨਹੀਂ ਆਸ਼ੀਸ਼ ਰੱਬ ਤੁਹਾਨੂੰ ਦੇਵੇਗਾ, ਬਰਕਤ ਦੇਵੇਗਾ। ਔਰ ਬੱਚਿਆਂ ਦੇ ਉੱਤੇ ਪਵਿੱਤਰ ਆਤਮਾ ਉਤਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਬੱਚੇ ਤੁਸੀਂ ਦੇਖ ਰਹੇ ਨਾ, ਇਹ ਜਵਾਨ ਹੋਣਗੇ। ਇਹ ਸਾਡੀ ਪਨੀਰੀ ਹੈ, ਇਹ ਜਵਾਨ ਹੋਏਗੀ, ਆਸ਼ੀਸ਼ ਨੂੰ ਮਹਿਸੂਸ ਕਰੇਗੀ। ਉਹ ਆਸ਼ੀਸ਼ ਤੁਸੀਂ ਇਸੇ ਭਵਨ ਦੇ ਅੰਦਰ ਦੇਖੋਗੇ, ਬਾਹਰ ਮਹਿਸੂਸ ਨਹੀਂ ਹੋਏਗੀ, ਇਸੇ ਜਗ੍ਹਾ ਤੇ ਹੋਏਗੀ। ਉਸ ਤੋਂ ਬਾਅਦ ਚੌਥਾ ਨੰਬਰ, ਸਾਡੇ ਪਰਮੇਸ਼ਵਰ ਦੀ ਦਾਸੀ, ਮੈਨੂੰ ਖੁਦਾ ਨੇ ਦੱਸਿਆ ਇੱਕ ਨਵੀਂ ਆਸ਼ੀਸ਼ ਮਿਲੇਗੀ, ਨਵਾਂ ਮਸਾ, ਨਵਾਂ ਜ਼ੋਰ। ਹਾਲੇਲੂਇਆ। ਮੈਂ ਚਾਹੁੰਦਾ ਕਿ ਜਦੋਂ ਮੈਂ ਜਾਵਾਂ ਖੁਦਾ ਇਹਨਾਂ ਨੂੰ ਇੰਨਾ ਇਸਤੇਮਾਲ ਕਰੇ, ਇੰਨਾ ਜ਼ਿਆਦਾ, ਕਿ ਇਸ ਆਦਮਪੁਰ ਤੋਂ ਜਲੰਧਰ ਤੇ ਜਲੰਧਰ ਤੋਂ ਅੱਗੇ ਸਾਰੇ ਸ਼ਹਿਰ ਘੁੰਮ ਕੇ ਆਉਣ। ਕਿੰਨੇ ਜਣੇ ਚਾਹੁੰਦੇ ਨੇ ਕਿ ਤੁਹਾਡੀ ਦਾਸੀ, ਤੁਹਾਡੇ ਦਾਸ ਦੂਰ ਦੂਰ ਤੱਕ? ਮੈਂ ਵੀ ਚਾਹੁੰਦਾ। ਹਾਲੇਲੂਇਆ। ਸੋ ਮੇਰੇ ਕਹਿਣ ਦਾ ਭਾਵ ਹੈ, ਅੱਗੇ ਥੋੜਾ ਜਿਹਾ ਪੜ੍ਹ ਕੇ ਬੰਦ ਕਰ ਦਈਏ ਬਸ। ਇਤਨਾ ਭਇ ਆਉਣਗੇ ਪਰ ਸੱਤੀ ਰਾਹੀਂ ਹੋ ਕੇ ਤੁਹਾਡੇ ਅੱਗੋਂ ਨੱਠਣਗੇ। ਹਾਂਜੀ। ਯਹੋਵਾ ਤੁਹਾਡੇ ਲਈ ਅਤੀਤ ਦੀ ਆਗਿਆ ਤੁਹਾਡੇ ਮੋਤੀ ਖਾਨੇ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ। ਹਾਲੇਲੂਇਆ। ਮੋਦੀ ਖਾਨੇ ਵਿੱਚ ਤੇ ਸਾਡੇ ਹੱਥਾਂ ਵਿੱਚ ਕੀ ਦੇਗਾ? ਬੋਲੋ ਕੀ ਦੇਗਾ? ਬਰਕਤ ਦੇਗਾ। 26 ਦੀ 10 ਐਤ ਪੜ੍ਹਦੀ, 26 ਦੀ 10। ਹਾਂਜੀ ਪੜ੍ਹੀ। ਹੁਣ ਦੇਖ, ਮੈਂ ਉਸ ਧਰਤੀ ਦੇ ਪਹਿਲੇ ਫਲ ਲਿਆਇਆ ਹਾਂ ਜਿਹੜੀ ਹੈ ਯਹੋਵਾ ਨੇ ਮੈਨੂੰ ਦਿੱਤੀ, ਤਾਂ ਤੂੰ ਉਹ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਰੱਖ ਕੇ ਯਹੋਵਾ ਆਪਣੇ ਪਰਮੇਸ਼ਰ ਨੂੰ ਮੱਥਾ ਟੇਕੀ। ਬਸ। ਹਾਲੇਲੂਇਆ। ਕਿੰਨੇ ਜਣੇ ਸਾਡੇ ਵਿੱਚੋਂ ਦਸਵੰਧ ਕਰਦੇ? ਦਸਵੰਧ ਕਮਾਈ ਦਾ ਪਹਿਲਾ ਹਿੱਸਾ, ਦਸਵਾਂ ਨਹੀਂ ਪਹਿਲਾ। ਕੀ ਹੁੰਦਾ ਹੈ ਉਹ? ਪਤਾ ਕਿਸੇ ਨੂੰ? ਕੋਈ ਦੱਸੇ?